ਬਾਣੀ। ਸਤਿਗੁਰੂ ਮਹਾਰਾਜ ਨੇ ਕਿਹਾ ਪਹਿਲਾ ਗੁਣ ਕਥਾ ਕਰਨ ਵਾਲੇ ਦਾ ਇਹ ਹੁੰਦਾ ਹੈ ਤੇ ਉਹਦੀ ਬਾਣੀ ਸੋਹਣੀ ਹੋਣੀ ਚਾਹੀਦੀ ਹੈ, ਉਹਦੀ ਆਵਾਜ਼ ਚੰਗੀ ਹੋਣੀ ਚਾਹੀਦੀ ਹੈ, ਬੋਲਣ ਦਾ ਤਰੀਕਾ ਚੰਗਾ ਹੋਣਾ ਚਾਹੀਦਾ ਹੈ। ਬ੍ਰਿੰਦ ਸ਼ਬਦ ਕੇ ਪਦ ਲਓ ਜਾਨੀ। ਤੇ ਕਿਉਂਕਿ ਜਿੰਨੇ ਵੀ ਉਹ ਸ਼ਬਦ ਪੜਦਾ ਨਾ, ਬ੍ਰਿੰਦ ਸ਼ਬਦ ਬਹੁਤ ਸ਼ਬਦ ਪੜਦਾ ਹੈ ਕਿ ਪਦ ਲੋ ਜਾਨੀ, ਉਹ ਸਾਰੇ ਪਦਾਂ ਨੂੰ ਜਾਣਦਾ ਹੋਵੇ। ਸ਼ਬਦਾਂ ਦਾ ਗਿਆਨ ਹੋਣਾ ਚਾਹੀਦਾ ਹੈ, ਕਿੱਥੇ ਵਿਸ਼ਰਾਮ ਲੱਗਣਾ ਹੈ, ਕਿਹੜਾ ਮੈਂ ਸ਼ਬਦ ਸਹੀ ਪੜ ਰਿਹਾ ਹੈ, ਕਿਹੜਾ ਕਿੱਦਾਂ ਪੜ ਰਿਹਾ, ਕਿੱਥੇ ਉਹਦਾ ਵਿਸ਼ਰਾਮ, ਕਿੱਥੇ ਜਮਕੀ, ਕਿੱਥੇ ਠਮਕੀ, ਕਿਹੜਾ ਪਦ ਮੈਂ ਬਿਆਨ ਕਰ ਰਿਹਾ, ਉਹਨੂੰ ਚੰਗੇ ਤਰੀਕੇ ਨਾਲ ਕੰਠ ਹੋਣਾ ਚਾਹੀਦਾ ਹੈ, ਉਸ ਬਾਰੇ ਗਿਆਨ ਹੋਣਾ ਚਾਹੀਦਾ। ਜਿਹੜਾ ਵੀ ਉਹ ਸ਼ਬਦ ਦਵੇ, ਉਹ ਪ੍ਰਮਾਣ ਦਵੇ, ਕੋਈ ਵੀ ਪੰਕਤੀ ਪੜ੍ਹੇ, ਉਸ ਬਾਰੇ ਉਹਨੂੰ ਆਪ ਵੀ ਗਿਆਨ ਹੋਣਾ ਚਾਹੀਦਾ ਹੈ ਤੇ ਉਸ ਨੂੰ ਐ ਚੰਗੇ ਤਰੀਕੇ ਨਾਲ ਸ਼ੁੱਧ ਤਰੀਕੇ ਦੇ ਨਾਲ ਪੜ੍ਹੇ। ਇਹ ਨਾ ਕਿ ਗਲਤੀ ਜਿਹੜੀਆਂ ਪੰਕਤੀਆਂ ਲਾਈ ਜਾਵੇ, ਸ਼ੁੱਧ ਪੰਕਤੀਆਂ ਪੜ੍ਹਨਾ ਕਰੇ। ਸਰੋਤੇ ਜਿਤੇ ਤੀ ਧੁਨ ਕਰੈ। ਤੇ ਜਿੰਨੇ ਕੁ ਸਰੋਤੇ ਹੋਣ ਸੁਣਨ ਵਾਲੇ, ਓਨੀ ਕੁ ਧੁਨ ਕਰੇ, ਓਨੀ ਕੀ ਆਵਾਜ਼ ਦੇ ਨਾਲ ਬੋਲੇ। ਜੇ ਕਿ ਬੈਠੇ ਨਾ 3-4 ਜਾਣੇ ਅੱਗੇ ਸੁਣਨ ਵਾਲੇ, ਫਿਰ ਡਿੰਮੀ ਆਵਾਜ਼ ਦੇ ਵਿੱਚ ਹੌਲੀ ਆਵਾਜ਼ ਦੇ ਨਾਲ ਹੌਲੀ ਹੌਲੀ ਕਥਾ ਕਰੇ। ਤੇ ਜੇ ਪਤਾ ਬਹੁਤ ਹਜ਼ਾਰਾਂ ਦੇ ਵਿੱਚ ਇਕੱਠ ਹੈ, ਫਿਰ ਜਿੰਨੀ ਵੀ ਉੱਚੀ ਆਵਾਜ਼ ਦੇ ਨਾਲ ਇਹ ਕਥਾ ਕਰ ਸਕਦਾ ਕਰੇ। ਇਹ ਨਾ ਹੋਵੇ ਕਿ ਬੈਠੇ 2-4 ਜਾਣੇ ਤੇ ਐਵੇਂ ਕਿੱਲੀ ਜਾਵੇ, ਐਵੇਂ ਜ਼ੋਰ ਲਾਈ ਜਾਵੇ। ਇਸ ਤਰੀਕੇ ਦੇ ਨਾਲ ਜਿੰਨੀ ਕੁ ਸੰਗਤ ਹੋਵੇ, ਓਨੇ ਹੀ ਕੁ ਤਰੀਕੇ ਦੇ ਨਾਲ, ਓਨੀ ਕੁ ਆਵਾਜ਼ ਦੇ ਨਾਲ ਕਥਾ ਕਰੇ। ਛੰਦ ਧਾਰਨਾ ਜਿਮ ਤਿਮ ਪਰੈ। ਜਿੱਦਾਂ ਛੰਦ ਨੇ, ਜੋ ਵੀ ਸਤਿਗੁਰੂ ਮਹਾਰਾਜ ਨੇ ਛੰਦ ਬਣਾਏ ਨੇ, ਗੁਰਬਾਣੀ ਬਣਾਈ ਹੈ, ਉਹਨਾਂ ਛੰਦਾਂ ਨੂੰ ਚੰਗੇ ਤਰੀਕੇ ਦੇ ਨਾਲ ਤਿਨ ਪਰੈ ਉਸੇ ਹੀ ਤਰੀਕੇ ਦੇ ਨਾਲ ਪੜ੍ਹਨਾ ਕਰੇ। ਜਿਉਣੀ ਆਵਾਜ਼ ਦੇ ਨਾਲ ਉਹਨਾਂ ਛੰਦਾਂ ਨੂੰ, ਜਿੱਦਾਂ ਮਹਾਰਾਜ ਨੇ ਛੰਦ ਉਚਾਰਨ ਕੀਤੇ ਆ, ਦੋਹਰੇ ਉਚਾਰਨ ਕੀਤੇ ਨੇ, ਕਬਿੱਤ ਕੀਤੇ ਨੇ, ਸਵਈਏ ਕੀਤੇ ਨੇ, ਇਹਨਾਂ ਸਾਰਿਆਂ ਦੀ ਅਲੱਗ ਅਲੱਗ ਲੈ ਹੁੰਦੀ ਹੈ। ਹੁਣ ਸਵਈਆਂ ਦੀ ਅਲੱਗ ਲੈ ਆ, ਕਬਿੱਤ ਸਵਈਆਂ ਦੀ ਅਲੱਗ ਲੈ ਆ, ਤੇ ਜਿਹੜੇ ਦੋਹਰੇ ਉਹਨਾਂ ਦੀ ਅਲੱਗ। ਜਿਹੜੀ ਵੀ ਇਹ ਪਦ ਨੇ, ਇਹ ਜਿੰਨੇ ਵੀ ਛੰਦਾ ਬੰਦੀ ਦੇ ਵਿੱਚ ਸ਼ਬਦ ਨੂੰ ਰੱਖ ਕੇ ਪੜ੍ਹਨਾ ਕਰੇ। ਦੂਜੇ ਹੋਏ ਵਿਤ ਬਿਆਸ ਸਮਾਸੇ। ਤੇ ਦੂਸਰਾ ਇਹ ਹੁੰਦਾ ਹੈ, ਤੇ ਦੂਜਾ ਗੁਣ ਇਹ ਹੈ ਕਿ ਵਿਸਥਾਰ ਤੇ ਸੰਕੋਚ ਜਾਣੂ ਹੋਵੇ। ਉਹ ਜਿੰਨਾ ਇਹ ਵਿਸਥਾਰ ਤਾਂ ਭਾਵੇਂ ਕਰ ਲਵੇ, ਪਰ ਵਿਸਥਾਰ ਨੂੰ ਫਿਰ ਰੋਕਣ ਦਾ ਵੀ ਯਤਨ ਕਰੇ। ਇਹ ਨਾ ਹੋਵੇ ਕਿ ਗਿੱਲਾ ਪੀਣ ਪਾ ਲਿਆ ਤੇ ਹੁਣ ਮੁੜਿਆ ਨਹੀਂ ਜਾਂਦਾ। ਜੇ ਕੋਈ ਗੱਡੀ ਚਲਾਉਂਦਾ ਹੈ, ਕੋਈ ਵਹੀਕਲ ਚਲਾਉਂਦਾ ਹੈ, ਉਹ ਗੱਡੀ ਚਲਾਈ ਜਾਵੇ, ਬ੍ਰੇਕ ਉਹਨੂੰ ਮਾਰਨੀ ਨਾ ਆਉਂਦੀ ਹੋਵੇ, ਫਿਰ ਕੀ ਹੋਵੇਗਾ? ਐਕਸੀਡੈਂਟ ਹੀ ਹੋਵੇਗਾ, ਖਤਰਾ ਹੀ ਮੁੱਲ ਲਵੇਗਾ। ਇਹ ਨਾ ਹੋਵੇ ਕਥਾ ਸ਼ੁਰੂ ਕਰ ਲਏ, ਹਰ ਬੰਨੇ ਹੀ ਕੋਈ ਨਾ ਕੋਈ ਗੱਲ ਸ਼ੁਰੂ ਕਰ ਦੇ ਤੇ ਫਿਰ ਸਮਾਪਤੀ ਕਰਨ ਦਾ ਪਤਾ ਨਾ ਲੱਗੇ ਕਿ ਹੁਣ ਸਮਾਪਤੀ ਮੈਂ ਕਿੱਥੇ ਕਰਾਂ। ਇਹ ਗੱਲ ਦਾ ਜ਼ਰੂਰ ਧਿਆਨ ਰੱਖੇ ਜਦੋਂ ਕਥਾ ਕਰੇ। ਜੋ ਵੀ ਉਦਾਹਰਣ ਦੇਣੀ ਹੈ, ਉਹ ਸਮੇਂ ਦੇ ਵਿੱਚ ਰਹਿ ਕੇ, ਜੋ ਵੀ ਉਦਾਹਰਣ ਹੈ, ਪ੍ਰਮਾਣ ਹੈ ਦੇਣੇ ਨੇ, ਉਹ ਚੰਗੇ ਤਰੀਕੇ ਦੇ ਨਾਲ ਦਵੇ। ਤੇ ਨਾਲੇ ਇਹ ਗੱਲ ਦਾ ਧਿਆਨ ਰੱਖੇ ਕਿ ਜੋ ਸਮਾਂ ਹੈ ਉਹਦੇ ਵਿੱਚ ਰਹਿ ਕੇ ਤੇ ਇਹ ਵਿਸਥਾਰ ਕਰੇ, ਤੇ ਫਿਰ ਸੰਕੋਚਨ ਦਾ ਵੀ ਯਤਨ ਕਰੇ। ਲਖ ਹੈ ਕਿ ਜਿਸ ਥਲ ਸੁਰਸ ਪ੍ਰਕਾਸ਼ੇ। ਤੇ ਉਸ ਥਾਂ ਨੂੰ ਵੇਖ ਕੇ ਸ਼ਬਦ ਦਾ ਪ੍ਰਕਾਸ਼ ਕਰੇ। ਹੁਣ ਸਮਾਂ ਵੇਖੇ ਕਿੱਦਾਂ ਦਾ ਸਮਾਂ ਚੱਲਣ ਦਿਆ, ਉਦਾਂ ਦਾ ਹੀ ਰਸ ਜੋ ਕਿ ਸ਼ਬਦਾਂ ਦਾ ਪ੍ਰਕਾਸ਼ ਕਰੇ। ਠਹਿਰੈ ਬ੍ਰਿਤ ਸ਼ਰੋਤਾਂ ਨੇ ਉਦਾਰ। ਤੇ ਇਸ ਤਰੀਕੇ ਦੇ ਨਾਲ ਸਰੋਤਿਆਂ ਦੀ ਜਿਹੜੀ ਬਿਰਤੀ ਹੈ, ਜਦੋਂ ਟਿਕ ਜਾਂਦੀ ਹੈ ਸ਼ਬਦ ਦੇ ਵਿੱਚ, ਕਥਾ ਕੀਰਤਨ ਦੇ ਵਿੱਚ, ਤਾਹਾਂ ਸੁਕਰ ਹੈ ਅਰਥ ਵਿਸਥਾਰ। ਫਿਰ ਉਥੇ ਇਹਨੂੰ ਚਾਹੀਦਾ ਮੈਂ ਆਪਣੇ ਅਰਥਾਂ ਦਾ ਚੰਗੇ ਤਰੀਕੇ ਦੇ ਨਾਲ ਵਿਸਥਾਰ ਕਰਾਂ। ਜਿੰਨਾ ਵੀ ਹੋ ਸਕਦਾ ਹੈ ਸ਼ਬਦਾਂ ਦਾ ਵਿਸਥਾਰ ਕਰਨਾ ਚਾਹੀਦਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਅਗਾਧ ਬੋਧ ਹੈ। ਇਹ ਨਹੀਂ ਕਿ ਇੱਕ ਅਰਥ ਹੋ ਗਿਆ ਤੇ ਬਸ ਹੋਰ ਅਰਥ ਹੀ ਨਹੀਂ ਹੋ ਸਕਦੇ। ਮਹਾਰਾਜ ਦੀ ਗੁਰਬਾਣੀ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਅਗਾਧ ਬੋਧ ਗੁਰਬਾਣੀ, ਕਿੰਨੇ ਹੀ ਮਹਾਰਾਜ ਦੇ ਸ਼ਬਦਾਂ ਦੇ ਅਰਥ ਹੋ ਜਾਂਦੇ ਨੇ। ਇਸ ਕਰਕੇ ਜੋ ਸਤਿਗੁਰੂ ਮਹਾਰਾਜ ਦੀ ਇਸਨੇ ਕਥਾ ਕਰਨੀ ਹੈ, ਉਸ ਗੱਲ ਦਾ ਇਹਨੇ ਧਿਆਨ ਰੱਖਣਾ ਹੈ। ਉਹ ਸ਼ਬਦ ਨੂੰ ਠਹਿਰੇ ਬ੍ਰਿਤ ਸਰੋਤਾਨ ਉਦਾਰੇ, ਜੋ ਕਿ ਉਹ ਅਰਥ ਨੇ, ਤਹਾਂ ਸੋ ਕਰੇ ਅਰਥ ਵਿਸਥਾਰ। ਉਥੇ ਜਿਹੜੇ ਕਿ ਅਰਥਾਂ ਦਾ ਵਿਸਥਾਰ ਕਰੇ। ਜਦੋਂ ਇਹਨੂੰ ਪਤਾ ਲੱਗਾ ਨਾ ਕਿ ਜਿਹੜੀਆਂ ਸੰਗਤਾਂ ਕਥਾ ਸੁਣ ਰਹੀਆਂ ਨੇ,
ਉਹਨਾਂ ਦੀ ਬਿਰਤੀ ਐ ਕਥਾ ਦੇ ਵਿੱਚ ਜੁੜ ਚੁੱਕੀ ਹੈ, ਫਿਰ ਐ ਵਧੀਆ ਤਰੀਕੇ ਦੇ ਨਾਲ ਸ਼ਬਦਾਂ ਦੇ ਅਰਥ ਕਰੇ। ਕਿਉਂਕਿ ਜਦੋਂ ਲੋਹਾ ਗਰਮ ਹੋਵੇ ਨਾ, ਉਹਨੂੰ ਜਿਹਨੂੰ ਮਰਜ਼ੀ ਮੋੜ ਸਕਦੇ ਆ, ਕਿਉਂਕਿ ਲੋਹੇ ਗਰਮ ਤੇ ਵੱਜੀ ਸੱਟ ਜਿਹਨੂੰ ਮਰਜ਼ੀ ਮੋੜ ਲਵੋ। ਜਦੋਂ ਸਿੱਖ ਦੀ ਜੁੜੀ ਹੋਵੇ ਬਿਰਤੀ, ਉਹਨੂੰ ਚੰਗੇ ਤਰੀਕੇ ਨਾਲ ਵਿਸਥਾਰ ਕਰਕੇ ਤੇ ਉਹਨੂੰ ਵੀ ਗੁਰੂ ਦੇ ਨਾਲ ਜੋੜਨ ਦਾ ਯਤਨ ਕਰੇ। ਜਿਸ ਥਲ ਹੋਵੇ ਬਿਰਤੀ ਉਦਾਸ, ਤੇ ਜਿਸ ਥਾਂ ਦੇ ਉੱਤੇ ਜਿਹੜੀ ਬਿਰਤੀ ਉਦਾਸ ਹੋਵੇ, ਹੁਣ ਕਈ ਥਾਂ ਹੁੰਦਾ ਨਾ ਮਰਗ ਹੋ ਜਾਂਦੀ ਹੈ, ਉਹ ਮਾਹਰ ਦਾ ਪਾਠ ਕਰਾਉਂਦੇ ਨੇ, ਭੋਗ ਪੈਂਦੇ, ਉਤੋਂ ਬਾਅਦ ਚ ਕਥਾ ਹੁੰਦੀ ਹੈ। ਜਿਹੋ ਜਿਹਾ ਮਾਹੌਲ ਹੁੰਦਾ ਹੈ ਉਹੋ ਜੀ ਕਥਾ ਕਰਨੀ ਚਾਹੀਦੀ ਹੈ। ਇਹ ਨਾ ਹੋਵੇ ਕਿਤੇ ਵਿਆਹ ਤੇ ਉੱਥੇ ਮਰਗ ਦੀ ਕਰੀ ਜਾਵੇ ਤੇ ਅਗਲੇ ਡਾਂਗਾ ਫੜ ਕੇ ਥੱਲੇ ਲਾਉਣ, ਤੇ ਕਿਤੇ ਮਰਗ ਹੋਵੇ ਤੇ ਉੱਥੇ ਵਿਆਹ ਦੀਆਂ ਘੋੜੀਆਂ ਗਾਈ ਜਾਵੇ ਤੇ ਉਹਨਾਂ ਨੇ ਫੜ ਕੇ ਬਾਹੋਂ ਤੇ ਥੱਲਿਓਂ ਲਾਇਆ ਹੋਵੇ। ਇਹ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹੈ। ਜਿਹੋ ਜਿਹਾ ਸਮਾਂ ਚੱਲ ਰਿਹਾ ਹੈ ਉਹੋ ਜਿਹੀ ਤਰੀਕੇ ਦੇ ਨਾਲ ਕਥਾ ਕਰਨੀ ਚਾਹੀਦੀ ਹੈ। ਜਿਸ ਥਲ ਹੋਵੇ ਬਿਰਤੀ ਉਦਾਸ, ਜੇ ਥਾਂ ਦੇ ਉੱਤੇ ਉਦਾਸ ਲੋਕ ਬੈਠੇ ਹੋਣ, ਜਿੱਦਾਂ ਮਰਗ ਦਾ ਭੋਗ ਹੁੰਦਾ ਲੋਕ ਉਦਾਸ ਬੈਠੇ ਹੁੰਦੇ ਨੇ, ਉਹੋ ਹੀ ਵੈਰਾਗਮਈ ਜਿਹੜੀ ਕਿ ਕਥਾ ਇਸ ਨੂੰ ਕਰਨੀ ਚਾਹੀਦੀ ਹੈ। ਸੰਖੇਪ ਹੀ ਕਰ ਹੈ ਪ੍ਰਕਾਸ਼, ਉਥੇ ਜ਼ਿਆਦਾ ਗੱਲਾਂ ਪੀਣ ਨਾ ਪਾਵੇ ਤੇ ਨਾ ਹੀ ਜ਼ਿਆਦਾ ਉਥੇ ਰੌਲਾ ਪਾਵੇ, ਕਰਕੇ ਕਹਿਣ ਜਾਣਦਾ ਹੋਵੇ ਕਿ ਪਿਆਰ ਦੇ ਨਾਲ, ਨਿਯਮ ਦੇ ਨਾਲ, ਸੰਜੋਗ ਦੇ ਨਾਲ ਜੋ ਕਿ ਕਥਾ ਕਰਨਾ ਕਰੇ। ਇਹੋ ਚੌਥਾ ਗੁਣ ਰੱਖੋ ਸੁਭਾਵ, ਤੇ ਇਹ ਜਿਹੜਾ ਕਿ ਚੌਥਾ ਗੁਣ ਹੈ ਆ ਜਾਣ ਲੈਣਾ ਕਰੋ। ਮਧੁਰ ਗਿਰਾ ਅਸ ਕਰ ਹੈ ਉਚਾਰੀ, ਤੇ ਜਿਹੜੀ ਮਧੁਰ ਗਿਰਾ ਮਿੱਠੀ ਆਵਾਜ਼ ਦੇ ਨਾਲ ਇਹ ਕਿ ਹਰ ਕੋਈ ਪੰਕਤੀ ਨੂੰ, ਸ਼ਬਦ ਨੂੰ ਉਚਾਰਨ ਕਰੇ। ਇਸ ਤੇ ਸਭ ਕੋ ਲਾਗਸ ਪਿਆਰੀ, ਐਦਾਂ ਸ਼ਬਦ ਨੂੰ ਪੜ੍ਹੇ, ਇੰਨੀ ਪਿਆਰ ਦੇ ਨਾਲ ਕਥਾ ਕਰੇ, ਜਿਹੜਾ ਵੀ ਸੁਣੇ ਪਿਆਰ ਦੇ ਨਾਲ ਗੁਰੂ ਦੇ ਚਰਨਾਂ ਨਾਲ ਭਿੱਜ ਜਾਵੇ, ਆਨੰਦ ਆ ਜਾਵੇ ਸੁਣਨ ਵਾਲੇ ਨੂੰ ਤੇ ਸੁਣਾਉਣ ਵਾਲੇ ਨੂੰ। ਇੰਨਾ ਪ੍ਰੇਮ ਰਸ ਦੇ ਵਿੱਚ ਭਿੱਜ ਕੇ ਕਥਾ ਕਰੇ। ਪੰਚਮ ਸਾਚ ਬਚਨ ਕੋ ਕਹੈ, ਤੇ ਇਸ ਫਿਰ ਪੰਜਵਾਂ ਇਹ ਗੁਣ ਹੁੰਦਾ ਹੈ, ਸਾਚ ਬਚਨ ਕੋ ਕਹੈ, ਜੋ ਸੱਚ ਹੈ ਉਹਨੂੰ ਕਵੇ। ਇਹ ਨਾ ਹੋਵੇ ਕਿ ਅੱਗੇ ਕੋਈ ਅਹੁਦੇਦਾਰ ਆ ਗਿਆ ਹੈ, ਕੋਈ ਪੋਲੀਟਿਕਸ ਨਾਲ ਆ ਗਿਆ ਤੇ ਉਹਦੀ ਤੂੰ ਵਡਿਆਈ ਕਰੀ ਜਾਵੇਂ ਗੁਰੂ ਨੂੰ ਛੱਡ ਕੇ। ਜੋ ਗੁਰੂ ਦੀ ਬਾਣੀ ਸੱਚ ਕਹਿ ਰਹੀ ਹੈ ਕਿ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟੈ, ਜਿਹੜਾ ਮਰਜੀ ਆ ਜਾਵੇ ਤੇ ਸੱਚੇ ਜਿਹੜੇ ਅਰਥ ਹੈ ਉਹ ਕਰਨੇ ਆ। ਇਹ ਨਾ ਹੋਵੇ ਕਿ ਰਾਮ ਰਾਏ ਦੇ ਵਾਂਗੂ ਅਰਥੀ ਬਦਲ ਜਾਵੇਂ, ਪੰਕਤੀ ਬਦਲ ਜਾਵੇਂ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੰਬਿਆਰ, ਤੇ ਇਥੇ ਉਹ ਨਾ ਕਹਦੀ ਕਿ ਮਿੱਟੀ ਬੇਈਮਾਨ ਕੀ ਪੇੜੇ ਪਈ ਕੰਬਿਆਰ। ਜੋ ਗੁਰਬਾਣੀ ਸੱਚ ਕਹਿੰਦੀ ਹੈ, ਭਾਵੇਂ ਜੋ ਮਰਜੀ ਹੋਵੇ, ਸੱਚ ਤੋਂ ਉਲਟਣਾ ਨਹੀਂ, ਸੱਚ ਤੋਂ ਥੱਲੇ ਨਹੀਂ ਆਉਣਾ। ਜੋ ਸੱਚ ਕਹਿ ਰਹੇ ਹੋ ਸੱਚ ਨੂੰ ਸੱਚ ਹੀ ਕਹਿਣਾ ਹੈ। ਕਰਮ ਉਪਾਸਨਾ ਗਿਆਨ ਕੀ ਹੈ, ਤੇ ਜੋ ਕਰਮ ਹੈ, ਉਪਾਸਨਾ ਹੈ, ਗਿਆਨ ਹੈ, ਇਸ ਬਾਰੇ ਹੀ ਚਰਚਾ ਹੋਣੀ ਚਾਹੀਦੀ ਹੈ। ਹਿਰਦਾ ਸ਼ਬਦ ਕੋ ਹੋਏ ਸੋ ਵਰਨੈ, ਤੇ ਜਿਹੜਾ ਹਿਰਦਾ ਹੈ ਸ਼ਬਦ ਦਾ ਸਿਧਾਂਤ ਹੈ, ਉਹ ਤੁਸੀਂ ਦੱਸਣਾ। ਇਹ ਨਾ ਕਿ ਸ਼ਬਦ ਪੜ੍ਹ ਲਿਆ ਤੇ ਮਾੜੇ ਜਿਹੇ ਅਰਥ ਕਰ ਦਿੱਤੇ। ਜੋ ਮਹਾਰਾਜ ਨੇ ਸ਼ਬਦ ਦੇ ਵਿੱਚ ਸਿਧਾਂਤ ਦਿੱਤਾ ਨਾ, ਕਿਉਂਕਿ ਹਰ ਇੱਕ ਚੀਜ਼ ਹੈ ਉਹਦਾ ਕੋਈ ਸਿਧਾਂਤ ਹੁੰਦਾ ਹੈ, ਕੋਈ ਸਿੱਟਾ ਹੁੰਦਾ ਹੈ, ਉਹਦਾ ਕਾਰਨ ਹੁੰਦਾ ਹੈ, ਉਹ ਪੂਰਾ ਸਿੱਖ ਸੰਗਤਾਂ ਦੇ ਵਿੱਚ ਬਿਆਨ ਕਰਨਾ ਹੈ। ਅਰਥ ਸੁਣਾਵੇ ਕਰ ਕਰ ਨਿਰਣੈ, ਤੇ ਨਿਰਣੈ ਕਰ ਕਰਕੇ ਅਰਥ ਸੁਣਾਵੇ। ਜਿੰਨੇ ਵੀ ਹੋ ਸਕਦੇ ਆ ਪ੍ਰਮਾਣ ਦਵੇ, ਜਿੰਨਾ ਵੀ ਹੋ ਸਕਦਾ ਇਹਦਾ ਗਿਆਨ ਹੈ ਉਹ ਬਾਹਰ ਆਉਣਾ ਚਾਹੀਦਾ ਹੈ। ਨਿਰਣੈ ਦੇ ਕੇ ਇਹਨੂੰ ਕਥਾ ਕਰਨੀ ਚਾਹੀਦੀ ਹੈ। ਕਸ਼ਟ ਸੰਦੇਹ ਛੇਦਨੋ ਮਾਨ, ਤੇ ਜਿਹੜਾ ਫਿਰ ਛੇਵਾਂ ਗੁਣ ਹੁੰਦਾ ਹੈ, ਜੋ ਕਿ ਸੰਦੇਹ ਛੇਦਨੋ, ਜੋ ਕਿ ਮਾਨ, ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖੇ, ਸੰਸ਼ੇ ਨੂੰ ਨਿਵਰਤ ਕਰਦੇ। ਹੁਣ ਕਥਾ ਕਰੀਦੀ ਹੈ, ਸੁਣੀਦੀ ਹੈ, ਕਈਆਂ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਨਾ ਸ਼ੰਕਾ ਪੈ ਜਾਂਦਾ ਹੈ। ਜਿੱਦਾਂ ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇ ਭਾਈ ਲਹਿਣੇ ਨੂੰ ਕਿਹਾ ਕਿ ਲਹਿਣਿਆ ਚੜ ਕਿੱਕਰ ਦੇ ਉੱਤੇ ਸੰਗਤਾਂ ਨੂੰ ਜੋ ਕਿ ਭੁੱਖ ਲੱਗੀ ਹੈ ਮਠਿਆਈ ਲਾ। ਤੇ ਮਹਾਰਾਜ ਦੇ ਬਚਨ ਮੰਨ ਕੇ ਕਿੱਕਰ ਤੇ ਭਾਈ ਲਹਿਣਾ ਚੜਿਆ ਹੈ ਤੇ ਕਿੱਕਰ ਨੂੰ ਹਿਲਾਇਆ ਤੇ ਮਠਿਆਈਆਂ ਡਿੱਗਣ ਦੇ ਪਈਆਂ ਨੇ। ਹੁਣ ਕੋਈ ਇੱਥੇ ਸ਼ੰਕਾ ਕਰ ਲਵੇ
ਕਿ ਬਾਬਾ ਜੀ ਇਹ ਕਿਦਾਂ ਹੋ ਸਕਦਾ ਹੈ ਕਿ ਕਿੱਕਰ ਨੂੰ ਮਠਿਆਈਆਂ ਕਿਦਾਂ ਲੱਗ ਜਾਂਦੀਆਂ, ਕਿੱਕਰ ਨੂੰ ਤਾਂ ਕੰਡੇ ਲੱਗਦੇ ਨੇ, ਪਰ ਉੱਥੇ ਉਹਨਾਂ ਦਾ ਸ਼ੰਕਾ ਦੂਰ ਕਰਨ ਸਕਣ ਦੀ ਸਮਰੱਥਾ ਰੱਖਦਾ ਹੋਵੇ, ਉਹਨੂੰ ਚੰਗਾ ਗਿਆਨੀ ਤੇ ਕਥਾਵਾਚਕ ਕਿਹਾ ਜਾਂਦਾ ਹੈ। ਜੇ ਅਗਲੇ ਨੇ ਕੋਈ ਸਵਾਲ ਹੀ ਕਰਤਾ, ਸ਼ੰਕਾ ਹੀ ਪੈ ਗਿਆ, ਤੇ ਜੋ ਸ਼ੰਕਾ ਹੀ ਨਹੀਂ ਨਿਵਰਤ ਕਰ ਸਕਦਾ ਤੇ ਤੇਰਾ ਗਿਆਨ ਕਿਸ ਕੰਮ ਦਾ ਹੈ ਤੇ ਤੂੰ ਪੜ੍ਹਿਆ ਹੋਇਆ ਕਿਸ ਕੰਮ ਦਾ ਹੈ। ਅਗਲੇ ਦੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਆ ਜਾਵੇ, ਉਸ ਨੂੰ ਨਿਵਰਤ ਕਰਨ ਦੀ, ਦੂਰ ਕਰਨ ਦੀ ਸਮਰੱਥਾ ਰੱਖਦਾ ਹੋਵੇ। ਪ੍ਰਸ਼ਨ ਕਰੈ ਉੱਤਰ ਦੇ ਜਾਨ। ਤੇ ਜੇ ਕੋਈ ਜਗਿਆਸੂ ਆਣ ਕੇ ਪ੍ਰਸ਼ਨ ਕਰਦੇ ਨਾ ਕਿ ਬਾਬਾ ਜੀ ਆ ਤੁਹਾਨੂੰ ਮੈਂ ਪ੍ਰਸ਼ਨ ਕਰਦਾ, ਇਹਦਾ ਉੱਤਰ ਦੋ, ਕਿ ਕਿਤੇ ਜਾਂ ਮੇਰੇ ਵਰਗਾ ਹੋਵੇ ਕਿ ਆਣ ਕੇ ਕਵੇ ਬਾਬਾ ਜੀ ਇਹਦਾ ਉੱਤਰ ਦੋ, ਮੈਂ ਕੋਲ ਵੇਖ ਕੇ ਤੇ ਫਿਰ ਦੱਸਾਂਗਾ। ਏਦਾਂ ਨਹੀਂ ਹੋਣਾ ਚਾਹੀਦਾ। ਪੂਰਾ ਜੇ ਗਿਆਨ ਹੈ, ਜੇ ਗਿਆਨੀ ਬਣਿਆ ਹੈ, ਲੋਕ ਤੈਨੂੰ ਸਤਿਕਾਰ ਦਿੰਦੇ ਨੇ, ਸਾਰੀਆਂ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਹੈ। ਜੇ ਕੋਈ ਆਣ ਕੇ ਤੈਨੂੰ ਪ੍ਰਸ਼ਨ ਕਰਦਾ ਹੈ, ਫਟ ਉਹਦਾ ਉੱਤਰ ਦੇ, ਭਾਈ ਇਹਦਾ ਉੱਤਰ ਆ ਹੈ। ਹੁਣ ਤੂੰ ਗੁਰਬਾਣੀ ਦੀ ਕਥਾ ਕੀਤੀ ਹੈ, ਅਗਲੇ ਗੁਰਬਾਣੀ ਚੋਂ ਹੀ ਪ੍ਰਸ਼ਨ ਤੈਨੂੰ ਪੁੱਛਣਗੇ। ਜੇ ਉਹਦੇ ਪ੍ਰਸ਼ਨਾਂ ਦਾ ਉੱਤਰ ਹੀ ਨਹੀਂ ਦੇ ਸਕਦਾ ਤੇ ਫਿਰ ਕਿਹੜੇ ਨਾਂ ਦਾ ਹੀ ਗਿਆਨੀ ਹੈ, ਪੱਲੇ ਦਾ ਫੇਰੇ ਮੇਰੇ ਵਾਂਗੂ ਕਛ ਨਾ ਹੋਇਆ। ਇਸ ਕਰਕੇ ਜੇ ਕੋਈ ਪ੍ਰਸ਼ਨ ਕਰੇ, ਉਸ ਦਾ ਨਾਲੋਂ ਨਾਲ ਉੱਤਰ ਦੇਣ ਯੋਗ ਹੋਵੇ। ਜਥਾ ਸ਼ਬਦ ਕੋ ਆਸ਼ੇ ਹੈ। ਤੇ ਜਥਾ ਸ਼ਬਦ ਜਿਹੜਾ ਵੀ ਮਹਾਰਾਜ ਦਾ ਸ਼ਬਦ ਆ, ਉਹਦਾ ਆਸ਼ਾ ਹੁੰਦਾ ਹੈ, ਜੋ ਵਿਸ਼ਾ ਹੁੰਦਾ ਹੈ ਉਹਦੇ ਉੱਤੇ ਚੱਲੇ। ਤਥਾ ਪ੍ਰਮਾਣ ਸੋ ਸਾਖੀ ਕਹੈ। ਤੇ ਉਸੇ ਹੀ ਨਾਲ ਦੀ ਸਾਖੀ ਲਾਵੇ। ਹੁਣ ਜਿਹੜਾ ਵੀ ਵਿਸ਼ਾ ਚੱਲ ਰਿਹਾ ਨਾ, ਉਸ ਵਿਸ਼ੇ ਦੇ ਵਿੱਚ ਰਹਿਣਾ ਚਾਹੀਦਾ। ਜਦੋਂ ਅਸੀਂ ਦਮਦਮੀ ਟਕਸਾਲ ਮਹਿਤੇ ਵਿਖੇ ਉਸਤਾਦ ਜੀ ਹੁਣਾਂ ਤੋਂ ਕਥਾ ਸਿੱਖਦੇ ਸੀ ਨਾ, ਸਾਡੇ ਉਸਤਾਦ ਜੀ ਨੇ ਸਾਨੂੰ ਇਹੋ ਹੀ ਸਿਖਾਇਆ ਕਿ ਜਦੋਂ ਵੀ ਤੁਸੀਂ ਸਟੇਜ ਤੇ ਕਥਾ ਕਰੋ, ਇਹ ਗੱਲ ਦਾ ਧਿਆਨ ਰੱਖਿਓ ਕਿ ਵਿਸ਼ੇ ਤੋਂ ਬਾਹਰ ਨਾ ਜਾਇਓ। ਜੋ ਵੀ ਵਿਸ਼ਾ ਚੱਲ ਰਿਹਾ ਹੈ, ਭਾਵੇਂ ਦਇਆ ਦਾ, ਧਰਮ ਦਾ, ਸੰਤੋਖ ਦਾ, ਸਿਦਕਤਾ, ਕੋਈ ਵੀ ਚੱਲ ਰਿਹਾ ਹੈ, ਵਿਸ਼ੇ ਤੋਂ ਬਾਹਰ ਨਾ ਜਾਇਓ। ਅੱਜ ਕੱਲ ਦੇ ਬੜੇ ਪ੍ਰਚਾਰਕ ਤੁਰੇ ਫਿਰਦੇ, ਕਿਸੇ ਦੀ ਲੱਤ ਫੜ ਲਈ, ਕਿਸੇ ਦੀ ਬਾਂਹ ਫੜ ਲਈ, ਕਿਤੇ ਕਿਧਰ ਨੂੰ ਤੁਰੇ ਫਿਰੇ, ਪਰ ਕੋਈ ਗੱਲ ਵਿਸ਼ੇ ਵਾਲੀ ਰਹੀ ਨਾ। ਇਸ ਕਰਕੇ ਜੋ ਵੀ ਤੁਸੀਂ ਕਥਾ ਕਰੋ, ਨਾਲ ਦੀਆਂ ਹੀ ਪੰਕਤੀਆਂ ਜੁੜਨੀਆਂ ਚਾਹੀਦੀਆਂ, ਨਾਲ ਦੀ ਹੀ ਸਾਖੀ ਹੋਣੀ ਚਾਹੀਦੀ। ਇਹ ਨਹੀਂ ਕਿ ਕਥਾ ਕੋਈ ਹੋਰ ਚੱਲਣ ਦੀ ਤੇ ਸਾਖੀ ਕੋਈ ਹੋਰ ਹੀ ਲਾ ਦਿੱਤੀ ਹੈ। ਜੋ ਕਥਾ ਚੱਲ ਰਹੀ ਹੈ, ਵਿਸ਼ਾ ਚੱਲ ਰਿਹਾ ਹੈ, ਉਹਦੇ ਨਾਲ ਦੀਆਂ ਹੀ ਪੰਕਤੀਆਂ ਲਾਓ, ਉਹਦੇ ਨਾਲ ਦੇ ਹੀ ਪ੍ਰਮਾਣ ਦਿਓ, ਉਹਦੇ ਨਾਲ ਦੀਆਂ ਹੀ ਸਾਖੀਆਂ ਲਾਉਣਾ ਕਰੋ। ਜੈਸੇ ਬੁੱਧ ਮੈਂ ਸ਼ਰੋਤਾ ਜਾਣੇ। ਤੇ ਓਏ ਜਦੋਂ ਜਿਹੜੇ ਸਰੋਤਾ ਜਨ ਹੁੰਦੇ ਆ ਨਾ, ਉਹ ਵੀ ਇੱਕ ਗੱਲ ਦਾ ਧਿਆਨ ਰੱਖੋ ਕਿ ਸਰੋਤਾ ਜਨ ਦੀ ਜਿਹੜੀ ਕਿ ਸੁਣਤਾ ਹੈ, ਜੋ ਕਿ ਉਹਨਾਂ ਨੂੰ ਗਿਆਨ ਕਿੰਨਾ ਹੈ, ਕਿ ਕਿੰਨੀ ਕੁ ਉਹਨਾਂ ਦੀ ਬੁੱਧੀ ਹੈ। ਇਸੀ ਪ੍ਰਕਾਰ ਦ੍ਰਿਸ਼ਟਾਂਤ ਬਖਾਨੇ। ਤੇ ਉਸੇ ਹੀ ਪ੍ਰਕਾਰ ਤੁਸੀਂ ਦ੍ਰਿਸ਼ਟਾਂਤ ਦੇਣੇ ਆ। ਤੇ ਜੇ ਗਾੜੀ ਬੈਠੇ ਆ ਨਾ ਵਿਦਵਾਨ ਸੱਜਣ, ਕੋਈ ਪੜ੍ਹੇ ਲਿਖੇ ਗਿਆਨੀ ਸਿੰਘ ਬੈਠੇ ਐ, ਫਿਰ ਵਿਦਾਂਤ ਦੇ ਚੰਗੇ ਤੋਂ ਚੰਗੇ ਦ੍ਰਿਸ਼ਟਾਂਤ ਦਵੇ ਕਿ ਜੋ ਕਿ ਆਸਮ ਧਾਮ, ਜੋ ਵੀ ਆਦਿ ਬਿਆਦੀ ਉਪਾਦੀ ਜੋ ਵੀ ਹੈ, ਸਾਰੇ ਜਿਹੜੇ ਵਿਦਾਂਤ ਵਾਲੇ ਵਚਨ ਹੁੰਦੇ ਆ, ਸ਼ਬਦ ਹੁੰਦੇ ਨੇ, ਉਹ ਸਾਰੇ ਤੁਸੀਂ ਉਹ ਬਿਆਨ ਕਰਨੇ ਆ। ਤੇ ਜੇ ਕੋਈ ਮੇਰੇ ਵਰਗਾ ਬੈਠਾ ਹੋਵੇ, ਜਿਹਨੂੰ ਨਾ ਜ਼ਿਆਦਾ ਵਿਦਾਂਤ ਆਉਂਦਾ ਹੋਵੇ, ਉਹ ਲਈ ਸੌਖੇ ਸੌਖੇ ਹੀ ਪ੍ਰਮਾਣ ਤੇ ਸੌਖੀਆਂ ਸੌਖੀਆਂ ਸਾਖੀਆਂ ਲਾਵੇ ਕਿ ਅਗਲੇ ਦੇ ਕੁਝ ਪੱਲੇ ਪੈ ਜੇ। ਇਹ ਨਾ ਹੋਵੇ ਕਿ ਆਦਾ ਇਧਰ ਗਿਆਨ ਘੋਟੀ ਜਾਵੇ, ਜਿਹੜਾ ਸੁਣਨ ਵਾਲਾ ਨੂੰ ਪਤਾ ਹੀ ਨਾ ਲੱਗੇ ਬਾਬਾ ਕਹੀ ਕੀ ਜਾਂਦਾ। ਇਹ ਗੱਲ ਦਾ ਧਿਆਨ ਰੱਖਣਾ ਹੈ। ਜੇ ਤਾਂ ਅੱਗੇ ਬੈਠੇ ਨੇ ਵਿਦਵਾਨ ਸੱਜਣ ਸੁਣਨ ਵਾਲੇ, ਫਿਰ ਤਾਂ ਤੁਸੀਂ ਜਿੰਨਾ ਤੁਸੀਂ ਵਿਦਾਂਤ ਪੜਿਆ ਸਾਰਾ ਸੁਣਾ ਦਵੋ। ਤੇ ਜੇ ਕੋਈ ਭੋਲੇ ਭਾਲੇ ਬੈਠੇ ਜਿਨ੍ਹਾਂ ਨੇ ਪੜਿਆ ਹੀ ਕੁਝ ਨਹੀਂ, ਫਿਰ ਸਰਲ ਸੌਖੀ ਕਥਾ ਸੁਣਾਓ ਜਿਹੜੀ ਕਿ ਅੱਗੇ ਦੇ ਪੱਲੇ ਪੈ ਜਾਵੇ। ਸਪਤਮ ਕੁਸ਼ਲ ਸਕਲ ਮਤ ਕੇਰੋ। ਤੇ ਜਿਹੜੀ ਫਿਰ ਇਹ ਜਿਹੜੀ ਕਿ ਸਤਵੇਂ ਪ੍ਰਕਾਰ ਦਾ ਜਿਹੜਾ ਗੁਣ ਹੈ, ਕੁਸ਼ਲ ਸਕਲ ਮਤ ਕੇਰੋ, ਜੋ ਚੰਗੇ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਚਤੁਰ ਹੋਵੇ, ਸਾਰਿਆਂ ਮਤਾਂ ਦੇ ਵਿੱਚ ਜਾਣਦਾ ਹੋਵੇ। ਹੁਣ ਜਿੰਨੀਆਂ ਵੀ ਮਤਾਂ ਨੇ, ਜਿੰਨੇ ਵੀ ਧਰਮ, ਹਰ ਇੱਕ ਬਾਰੇ ਜਾਣਦਾ ਹੋਵੇ। ਸੁਨੇ ਹੋਏ ਸ਼ਾਸਤਰਨ ਕੇ ਝੇਰੋ। ਤੇ ਜਿੰਨੇ ਵੀ ਸ਼ਾਸਤਰ, ਜਿੰਨੇ ਸ਼ਾਸਤਰ ਨੇ, ਸਿਮਰਤ ਨੇ, ਵੇਦ ਨੇ, ਪੁਰਾਣ ਨੇ, ਇਹ ਸਾਰੇ ਇੰਨੇ ਸੁਣੇ ਹੋਣ, ਇਹ ਸਾਰੇ ਝਗੜਿਆਂ ਬਾਰੇ ਜਾਣਦਾ ਹੋਵੇ। ਇਹ ਨਹੀਂ ਕਿ ਗਿਆਨੀ, ਗਿਆਨੀ ਕਿਹਾ ਕਿਹਨੂੰ ਜਾਂਦਾ ਹੈ,
ਗਿਆਨੀ ਦਾ ਅਰਥ ਕੀ ਹੁੰਦਾ ਹੈ? ਗਿਆਨੀ ਦਾ ਅਰਥ ਹੁੰਦਾ ਹੈ ਸਾਰੀਆਂ ਚੀਜ਼ਾਂ ਦਾ ਗਿਆਨ ਹੋਵੇ। ਕੋਈ ਵੀ ਆਣ ਕੇ ਇਸਲਾਮ ਧਰਮ ਨੂੰ ਵੀ ਪੜ੍ਹੇ, ਹਿੰਦੂ ਧਰਮ ਨੂੰ ਵੀ ਪੜ੍ਹੇ, ਈਸਾਈ ਧਰਮ ਨੂੰ ਪੜ੍ਹੇ, ਬੋਧੀ ਧਰਮ ਨੂੰ ਪੜ੍ਹੇ, ਜਿੰਨੇ ਦੁਨੀਆ ਵਿੱਚ ਧਰਮ ਨੇ ਸਾਰਿਆਂ ਦੇ ਗ੍ਰੰਥਾਂ ਨੂੰ, ਸ਼ਾਸਤਰਾਂ ਨੂੰ, ਸਿਮਰਤਾਂ ਨੂੰ, ਵੇਦਾਂ ਗ੍ਰੰਥਾਂ ਨੂੰ ਪੜ੍ਹਨਾ ਕਰੇ। ਹਰ ਇੱਕ ਚੀਜ਼ ਦਾ ਗਿਆਨ ਹੋਣਾ ਚਾਹੀਦਾ ਹੈ। ਅਸ਼ਟਮ ਖਿਆਤ ਵਿਖੇਪ ਕਰਤਾਉਨ। ਤੇ ਜਿਹੜਾ ਫਿਰ ਅਠਵਾਂ ਕਥਾ ਦੇ ਵਿੱਚ ਵਿਖੇਪ ਨਾ ਕਰੇ, ਚੱਲਣਾ ਕਰੇ ਜਿੱਦਾਂ ਵੀ ਕਥਾ ਚੱਲ ਰਹੀ ਆ, ਵਿਖੇਪ ਨਾ ਕਰੇ। ਇਹ ਨਾ ਹੋਵੇ ਕਿ ਹੋਰ ਹੀ ਕਿਸ ਬੰਨੇ ਨੂੰ ਤੁਰ ਪਵੇ, ਗੱਲ ਕੋਈ ਚੱਲਣ ਦੀ ਹੈ ਤੇ ਇੱਥੇ ਹੋਰ ਕੋਈ ਆਦੀਆਂ ਚਲਾਉਂਦਾ ਪਏ, ਆਦੀਆਂ ਹੀ ਗੱਲਾਂ ਮਾਰਦਾ ਪਏ, ਗੁਰੂ ਦੀ ਸਿੱਖਿਆ ਦਾ ਧਿਆਨ ਹੀ ਨਾ ਦੇਵੇ। ਜੋ ਚੱਲ ਰਿਹਾ ਹੈ ਉਸ ਬਾਰੇ ਧਿਆਨ ਦੇਵੇ। ਕਥਾ ਪ੍ਰਸੰਗ ਹੋਤ ਹੈ ਜੌਨ। ਤੇ ਜੋ ਜਿਸ ਤਰੀਕੇ ਦੇ ਨਾਲ ਕਥਾ ਹੁੰਦੀ ਹੈ ਉਸੇ ਹੀ ਤਰੀਕੇ ਦੇ ਨਾਲ ਜਿਸਾਂ ਦਾ ਵਿਸ਼ਾ ਚੱਲ ਰਿਹਾ ਉਸੇ ਹੀ ਤਰੀਕੇ ਨਾਲ ਕਰਨਾ ਕਰੇ। ਅਪਰ ਜੋ ਮਤ ਸਾਖੀ ਸੋ ਪ੍ਰਮਾਨ। ਤੇ ਅਪਰ ਹੋਰ ਜਿਹੜੀ ਕਿ ਸਾਖੀ ਹੈ, ਮਤ ਹੈ, ਇਹਨੂੰ ਪ੍ਰਮਾਣ, ਹੋਰਾਂ ਮਤਾਂ ਦੇ ਜਿਹੜੇ ਪ੍ਰਮਾਣ ਨੇ ਉਹ ਵੀ ਦੇਣਾ ਕਰੇ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ 52 ਉਪਦੇਸ਼ ਹੈ ਨਾ, ਉਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੋ ਲਿਖਿਆ ਹੈ ਤੇ ਕਿਹਾ ਹੈ, ਸਿੱਖ ਨੇ ਹਰ ਕੋਈ ਗ੍ਰੰਥ ਪੜ੍ਹਨਾ ਹੈ, ਹਰ ਇੱਕ ਧਰਮ ਦੀ ਨੌਲੇਜ ਰੱਖਣੀ ਹੈ, ਪਰ ਮੰਨਣਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਕਿਸੇ ਹੋਰ ਨੂੰ ਮੰਨਣਾ ਨਹੀਂ ਹੈ, ਪਰ ਗ੍ਰੰਥ ਸਾਰੇ ਪੜ੍ਹਨੇ ਆ। ਸਾਰਿਆਂ ਮਤ ਭੇਦਾਂ ਦਾ ਗਿਆਨ ਹੋਣਾ ਚਾਹੀਦਾ ਹੈ। ਆਛਾ ਸਮਝਨ ਕਰੈ ਬਖਾਨ। ਤੇ ਆਸ਼ਾ ਸਮਝ ਕਰਕੇ ਚੰਗੇ ਤਰੀਕੇ ਮਹਾਰਾਜ ਦਾ ਜਿਹੜਾ ਆਸ਼ਾ ਹੈ, ਵਿਸ਼ਾ ਹੈ, ਸਿੱਟਾ ਹੈ, ਉਹਨੂੰ ਚੰਗੇ ਤਰੀਕੇ ਨਾਲ ਸਮਝ ਕੇ ਸਰੋਤਿਆਂ ਦੇ ਵਿੱਚ ਵਿਖਿਆਨ ਕਰੇ। ਨਵਮ ਅਵਿੰਗ ਜੋ ਸੂਦਾ ਬੈਸੇ। ਤੇ ਜਿਹੜਾ ਕਿ 9ਵਾਂ ਗੁਣ ਹੁੰਦਾ ਹੈ, ਇਹ ਵੀ ਗੱਲ ਦਾ ਧਿਆਨ ਰੱਖਣਾ। ਜਦੋਂ ਕੋਈ ਕਥਾ ਕਰਨ ਵਾਲਾ ਗਿਆਨੀ ਸਿੰਘ ਹੁੰਦਾ ਨਾ, ਜਦੋਂ ਸਟੇਜ ਤੇ ਕਥਾ ਕਰੇ ਐ ਸਿੱਧਾ ਡੀਗ ਡੋਲ ਬੈਠਾ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਇੱਕ ਲੱਤ ਤਾਂ ਚੁੱਕੀ, ਇੱਕ ਠਾਂ ਰੱਖੀ ਹੈ, ਲੱਕ ਚ ਨੀਵੀਂ ਪਈ ਹੈ, ਗੰਨ ਕਿਸੇ ਬੰਨੇ, ਲੱਤ ਕਿਸੇ ਬੰਨੇ, ਇਹ ਨਾ ਹੋਵੇ। ਜਦੋਂ ਵੀ ਕਥਾ ਕਰੇ ਦੂਜਿਆਂ ਨੂੰ ਉਪਦੇਸ਼ ਦੇਵੇ, ਐ ਸਿੱਧਾ ਸਾਦਾ ਡੀਲ ਡੋਲ ਬੈਠਾ ਹੋਣਾ ਚਾਹੀਦਾ ਹੈ। ਮਨ ਭੀ ਸਰਲ ਰੱਖੈ ਬਿਦ ਤੈਸੇ। ਇਹ ਕੱਲੇ ਮਾਰੇ ਸਰੀਰ ਦੀ ਗੱਲ ਨਹੀਂ ਕੀਤੀ, ਮਾਰੇ ਨੇ ਮਨ ਦੀ ਵੀ ਗੱਲ ਕੀਤੀ ਹੈ। ਜਿਹੜਾ ਮਨ ਹੈ ਉਹਨੂੰ ਵੀ ਸਿੱਧਾ ਰੱਖਣਾ ਹੈ। ਜੋ ਤੂੰ ਬਚਨ ਸੰਗਤਾਂ ਵਿੱਚ ਕਹਿ ਰਿਹਾ ਹੈ, ਤੈਨੂੰ ਪਤਾ ਹੋਣਾ ਚਾਹੀਦਾ ਮੈਂ ਕਹਿ ਕੀ ਰਿਹਾ। ਉਹਨਾਂ ਗੱਲਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖ, ਮਨ ਦੇ ਵਿੱਚ ਰੱਖੇ ਨਾ ਕਿ ਮਨ ਤੇਰਾ ਹੋਰ ਹੀ ਬੰਨੇ ਤੁਰਿਆ ਫਿਰਦਾ ਹੈ ਤੇ ਗੱਲਾਂ ਤੂੰ ਹੋਰ ਹੀ ਕਰੀ ਜਾਂਦਾ ਹੈ। ਸਾਰੀ ਗੱਲ ਦਾ ਧਿਆਨ ਰੱਖਣਾ ਹੈ, ਸਿੱਧਾ ਐ ਹੋ ਕੇ ਬੈਠਣਾ ਹੈ। ਸੰਗਤਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਥਾ ਕਰਨੀ ਹੈ, ਸੰਗਤਾਂ ਦੇ ਨਾਲ ਪੂਰੀ ਵਿਚਾਰ ਕਰਨੀ ਹੈ। ਤੇ ਤੂੰ ਉਹ ਆਪਣਾ ਮਨ ਵੀ ਜਿਹੜਾ ਕਿ ਡੋਲ ਰੱਖਣਾ, ਡੋਲਣਾ ਨਹੀਂ ਚਾਹੀਦਾ। ਦਸਮੋ ਜਾਨ ਰੰਜਕ ਪਹਿਚਾਨ। ਤੇ ਜਿਹੜਾ 10ਵਾਂ ਹੁੰਦਾ ਹੈ, 10ਵਾਂ ਲੋਕਾਂ ਨੂੰ ਪ੍ਰਸੰਨ ਕਰਨ ਦਾ ਯਤਨ ਕਰ। ਜਿੰਨੇ ਵੀ ਤੇਰੀ ਕਥਾ ਸੁਣ ਰਹੇ ਆ, ਤੈਨੂੰ ਧਿਆਨ ਦੇ ਰਹੇ ਨੇ, ਉਹਨਾਂ ਸਾਰਿਆਂ ਨੂੰ ਯਤਨ ਕਰਕੇ ਮੈਂ ਪ੍ਰਸੰਨ ਕਰ ਲਵਾਂ, ਖੁਸ਼ ਕਰ ਲਵਾਂ, ਗੁਰੂ ਦੀ ਵਿਚਾਰ ਕਰ ਕਰਕੇ। ਜਿਉਂ ਜਿਉਂ ਸਰੋਤਾ ਸੁਨਹਿ ਸੁਕਾਨ। ਜਿਉਂ ਜਿਉਂ ਜਿਹੜੇ ਸਰੋਤਾ ਜਾਣ ਕੰਨ ਦੇ ਕਰਕੇ ਤੈਨੂੰ ਸੁਣਨਾ ਕਰੋ। ਤਿਉਂ ਤਿਉਂ ਰੰਗ ਪ੍ਰੀਤ ਕੋ ਚਰੈ। ਤੇ ਇੰਨੀ ਮਹਾਰਾਜ ਦੀ ਕਿਰਪਾ ਹੋਣੀ ਚਾਹੀਦੀ, ਜਿਹੜਾ ਵੀ ਤੈਨੂੰ ਸੁਣੇ ਉਹ ਦਿਨੋਂ ਦਿਨ ਉਹਨਾਂ ਦੇ ਮਨ ਦੇ ਵਿੱਚ ਗੁਰੂ ਪ੍ਰਤੀ ਪ੍ਰੀਤ ਵਧੇ, ਪਿਆਰ ਵਧੇ। ਦਿਨੋਂ ਦਿਨ ਉਹਨਾਂ ਵਿੱਚ ਜ਼ਿੰਦਗੀ ਵਿੱਚ ਰੰਗ ਚੜ੍ਹਨੇ ਚਾਹੀਦੇ ਹਨ। ਕਹਿ ਸਰਬ ਸਭਾ ਬਸ ਕਰੈ। ਤੇ ਇਸ ਤਰ੍ਹਾਂ ਇਹ ਕਹਿ ਕੇ ਸਰਬ ਸਭਾ ਬਸ ਕਰੈ, ਜਿਹੜੀ ਕਿ ਜਿੰਨੀ ਵੀ ਸਭਾ ਹੈ ਨਾ, ਜਿੰਨੇ ਵੀ ਸੁਣਨ ਵਾਲੇ ਨੇ, ਸਿੱਖ ਸੰਗਤਾਂ ਨੇ, ਸਾਰਿਆਂ ਨੂੰ ਆਪਣੇ ਵੱਸ ਦੇ ਵਿੱਚ ਕਰ ਲੈਣ। ਜਿੰਨੀ ਵੀ ਸੰਗਤ ਇਹ ਨਾ ਹੋਵੇ ਕਿ ਤੂੰ ਇੱਧਰ ਕਥਾ ਕਰ ਰਿਹਾ ਤੇ ਉਧਰ ਸੰਗਤਾਂ ਉੱਠ ਕੇ ਬਾਹਰ ਤੁਰੀਆਂ ਜਾਂਦੀਆਂ ਨੇ। ਤੂੰ ਕਥਾ ਕਰੇ, ਸੰਗਤ ਸਾਰੀ ਤੇਰੀ ਕਥਾ ਦੇ ਵਿੱਚ ਵੱਜ ਜਾਵੇ, ਸਾਰਿਆਂ ਨੂੰ ਵੱਸ ਦੇ ਵਿੱਚ ਕਰ ਲੈ। ਜਿੰਨਾ ਚਿਰ ਸਮਾਪਤੀ ਨਹੀਂ ਕਰਦਾ ਉਹਨਾਂ ਚਿਰ ਕੋਈ ਉੱਠ ਕੇ ਜਾ ਨਾ ਸਕੇ। ਜਿਤੈ ਸਭੋ ਇੱਕ ਦਸਮੋ ਜਾਨ। ਤੇ ਇਹ ਜਿਹੜਾ ਕਿ 11ਵਾਂ ਜਿਹੜਾ ਗੁਣ ਹੁੰਦਾ ਹੈ, ਜਿਤੈ ਸਭੋ ਇੱਕ ਦਸਮੋ ਜਾਨਣਾ ਕਰੋ। ਸਰੋਤਾ ਸਕਲ ਸਮੁਖ ਸਵਧਾਨ। ਤੇ ਜਿਹੜੇ ਕਿ ਸਰੋਤਾ ਜਾਣ ਹੁੰਦੇ ਨੇ, ਉਹ ਕਥਾ ਭਗਤੇ ਦੇ ਧਿਆਨ ਦੇ ਵਿੱਚ ਹੋਣਾ ਚਾਹੀਦਾ।
ਹੈ। ਸ਼ਰਵਨ ਵਿਲੋਚਨ ਨਿਜ ਦਿਸ਼ ਕਰੈ। ਤੇ ਉਹਨਾਂ ਜਿਹੜੇ ਸੁਣਨ ਵਾਲੇ ਹੁੰਦੇ ਉਹ ਵੀ ਗੱਲਾਂ ਦਾ ਧਿਆਨ ਰੱਖਣ ਕਿ ਉਹ ਆਪਣੇ ਕੰਨਾਂ ਨੂੰ ਕਥਾ ਦੇ ਵਿੱਚ ਰੱਖਣ ਕੇ ਗਿਆਨੀ ਸਿੰਘ ਜੀ ਕਹਿ ਕੀ ਰਹੇ ਨੇ, ਤੇ ਜਿਹੜੇ ਆਪਣੀਆਂ ਅੱਖਾਂ ਉਹਦੇ ਵੱਲ ਰੱਖਣ, ਧਿਆਨ ਦੇਣ ਕਿ ਕੀ ਬਚਨ ਹੋ ਰਿਹਾ, ਕੀ ਕਥਾ ਵਿਚਾਰ ਚੱਲ ਰਹੀ ਹੈ, ਉਹਨਾਂ ਦਿਸ਼ਾ ਵੱਲ ਵੇਖਣ। ਚਾਹੇ ਕਿ ਅੱਗੇ ਕਹਾਂ ਉਚਰੈ। ਤੇ ਇਹ ਹੋਣਾ ਚਾਹੀਦਾ ਹੈ ਕਿ ਅੱਗੇ ਗਿਆਨੀ ਸਿੰਘ ਜੀ ਕੀ ਕਹਿਣਗੇ, ਕੀ ਉਚਰਨਗੇ, ਕਿਹੜੀ ਵਿਚਾਰ ਆਵੇਗੀ, ਕਿਹੜੀ ਸਾਖੀ ਆਵੇਗੀ, ਕਿਹੜਾ ਪ੍ਰਮਾਣ ਆਵੇਗਾ, ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ। ਜਿੱਦਾਂ ਬੀਬੀਆਂ ਘਰਾਂ ਦੇ ਵਿੱਚ ਬਹਿ ਕੇ ਸੀਰੀਅਲ ਵੇਖਦੀਆਂ ਨਾ, ਨਾਟਕ ਵੇਖਦੀਆਂ ਨਾ, ਕਹਿੰਦੀਆਂ ਨਹੀਂ ਭੈਣੇ ਪਤਾ ਨਹੀਂ ਕੱਲ ਨੂੰ ਨਾਟਕ 'ਚ ਕੀ ਆਵੇਗਾ, ਇਹਨੂੰ ਮਾਰੇਗਾ, ਰੱਖੇਗਾ, ਕੁੱਟੇਗਾ, ਕੀ ਕਰੇਗਾ। ਉਹ ਪਹਿਲਾਂ ਹੀ ਆਦੇ ਪ੍ਰਮਾਣ ਲਾਏ ਹੁੰਦੇ, ਪਤਾ ਨਹੀਂ ਕੱਲ ਨੂੰ ਨਾਟਕ ਵਿੱਚ ਕੀ ਆਊਗਾ, ਕੀ ਸੀਰੀਅਲ ਦੇ ਵਿੱਚ ਆਊਗਾ, ਕੀ ਐਪੀਸੋਡ ਆਊਗਾ। ਇਹ ਜਿੱਦਾਂ ਉਹ ਬੀਬੀਆਂ ਉਹਨਾਂ ਨਾਟਕਾਂ ਜੁੜੀਆਂ ਹੁੰਦੀਆਂ, ਸਰੋਤਾ ਜਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਇਹ ਕਥਾਵਾਚਕ ਜਦੋਂ ਕਥਾ ਕਰ ਰਿਹਾ, ਗੱਲ ਦਾ ਧਿਆਨ ਰੱਖੋ ਕਿ ਉਹਨੇ ਹੁਣ ਆ ਵਿਚਾਰ ਕੀਤੀ, ਅੱਗੇ ਵਿਚਾਰ ਕੀ ਕਰੇਗਾ। ਇਹ ਗੱਲ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ, ਮਨ ਮਾਈਂਡ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਅੱਗੇ ਪ੍ਰਮਾਣ ਕੀ ਆਵੇਗਾ, ਕਥਾ ਕੀ ਆਵੇਗੀ, ਸਾਖੀ ਕੀ ਆਵੇਗੀ। ਨਾ ਹੰਕ੍ਰਿਤ ਦਵਾਦਸ਼ਮੋ ਹੋਵੇ। ਤੇ ਫਿਰ ਅਗਲਾ ਜਿਹੜਾ ਹੁੰਦਾ ਹੈ 12ਵਾਂ ਗੁਣ, ਕਥਾ ਕਰਨ ਵਾਲੇ ਦੇ ਵਿੱਚ ਲੇਸ਼ ਮਾਤਰ ਵੀ ਹੰਕਾਰ ਨਹੀਂ ਹੋਣਾ ਚਾਹੀਦਾ। ਭਾਵੇਂ ਜਿੰਨਾ ਮਰਜੀ ਗੁਣ ਗਿਆਨੀ ਬਣ ਜਾਵੇ, ਪਰ ਕਦੀ ਕਿਸੇ ਗੱਲ ਦਾ ਹੰਕਾਰ ਨਾ ਕਰੇ। ਸਰਬ ਹੰਕਾਰ ਹਿਰਦੈ ਤੇ ਖੋਵੈ। ਜਿੰਨਾ ਵੀ ਹੰਕਾਰ ਹੈ ਆਪਣੇ ਹਿਰਦੇ ਦੇ ਵਿੱਚੋਂ ਸਾਰਾ ਕੱਢ ਦੇਣਾ ਕਰੇ। ਜਿੰਨੇ ਮਰਜੀ ਭਾਵੇਂ ਵੇਦ ਕੰਠ ਹੋਣ, ਗ੍ਰੰਥ ਕੰਠ ਹੋਣ, ਪੰਕਤੀਆਂ ਪ੍ਰਮਾਣ ਕੰਠ ਹੋਣ, ਪਰ ਕਦੀ ਇੱਕ ਚੀਜ਼ ਦਾ ਵੀ ਮਾਨ ਨਾ ਕਰੇ, ਹੰਕਾਰ ਨਾ ਕਰੇ। ਮਨ ਨੀਵਾ ਰੱਖੈ ਸਭ ਸੰਗ। ਹਮੇਸ਼ਾ ਮਨ ਨੂੰ ਨੀਵਾ ਰੱਖੇ। ਆਪਾਂ ਅਰਦਾਸ ਦੇ ਵਿੱਚ ਵੀ ਪੜ੍ਹਦੇ ਆ ਨਾ, ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਆਪਣੇ ਮਨ ਨੂੰ ਹਮੇਸ਼ਾ ਨੀਵਾ ਰੱਖੇ, ਕਦੀ ਸਾਰਿਆਂ ਦੇ ਸੰਗ ਮਿਲ ਕੇ ਰਵੇ। ਗੁਣ ਬੜ ਲਖ ਨਾ ਕਿਸੇ ਚਿਤ ਭੰਗ। ਭਾਵੇਂ ਤੇਰੇ ਵਿੱਚ ਬੜੇ ਵੱਡੇ ਗੁਣ ਆ ਗਏ ਹੁਣ, ਪਦਵੀਆਂ ਮਿਲ ਗਈਆਂ ਹੁਣ, ਚੰਗਾ ਗਿਆਨ ਆ ਗਿਆ ਹੋਵੇ, ਪਰ ਕਿਸੇ ਚਿਤ ਭੰਗ, ਕਿਸੇ ਦਾ ਚਿਤ ਭੰਗ ਨਾ ਕਰੀ, ਕਦੀ ਕਿਸੇ ਦਾ ਦਿਲ ਨਾ ਦਿਖਾਈ। ਇਹ ਨਾ ਕਹੀਂ ਮੈਂ ਤੇ ਇੰਨਾ ਪੜ ਗਿਆ, ਤੂੰ ਅਜੇ ਇੱਥੇ ਤੁਰਿਆ ਫਿਰਨਾ, ਮੈਂ ਗਿਆਨੀ ਬਣ ਗਿਆ, ਤੂੰ ਅਜੇ ਰੋਲਾਂ ਹੀ ਲਾਈ ਜਾਂਦਾ, ਤੂੰ ਅਜੇ ਕਿਸੇ ਬੰਨੇ ਲੱਗਾ ਨਹੀਂ। ਕਦੀ ਕਿਸੇ ਦਾ ਦਿਲ ਨਾ ਦਿਖਾਓ। ਗੱਲ ਸਭ ਤੋਂ ਸਪਸ਼ਟ ਇਹ ਹੈ, ਕਥਾ ਦੇ ਵਿੱਚ, ਗੁਰਬਾਣੀ ਦੇ ਵਿੱਚ, ਹਰ ਸੰਸਾਰ ਦੇ ਵਿੱਚ ਗੱਲ ਯਾਦ ਰੱਖੋ, ਕਦੀ ਕਿਸੇ ਦਾ ਦਿਲ ਨਾ ਦਿਖਾਓ। ਜੇ ਕਿਸੇ ਦਾ ਦਿਲ ਦਿਖਾ ਕੇ ਰੱਬ ਨੂੰ ਖੁਸ਼ ਕਰੋਗੇ, ਰੱਬ ਖੁਸ਼ ਨਹੀਂ ਹੋਵੇਗਾ। ਜੇ ਦੁਨੀਆ ਨੂੰ ਖੁਸ਼ ਕਰ ਲਓ, ਗੁਰੂ ਨੂੰ ਵੀ ਖੁਸ਼ ਹੋ ਜਾਵੇਗਾ, ਪਰ ਜਿਹੜੀ ਸਹੀ ਰਾਹ ਵਾ, ਗੁਰਮਤਿ ਵਾਲਾ, ਉਸ ਉੱਤੇ ਚੱਲਣਾ ਹੈ। ਓਏ ਧਾਰਮਿਕ 13 ਹੋਏ ਹੈ। ਤੇ ਇਹ ਜਿਹੜਾ ਕਿ 13ਵਾਂ ਗੁਣ ਹੁੰਦਾ ਹੈ, 13ਵਾਂ ਗੁਣ ਇਹ ਆ ਕਿ ਧਰਮੀ ਹੋਵੇ। ਜੇ ਹਜੇ ਧਰਮੀ ਧਾਰਨ ਨਹੀਂ ਕੀਤਾ, ਗੁਰੂ ਦਾ ਸਿੱਖ ਹੀ ਨਹੀਂ ਬਣਿਆ, ਦੂਜਿਆਂ ਨੂੰ ਕਹੀ ਜਾਂਦਾ ਗੁਰੂ ਦਾ ਸਿੱਖ ਬਣ, ਦੂਜਿਆਂ ਨੂੰ ਕਹੀ ਜਾਂਦਾ ਨਿਤਨੇਮ ਕਰਿਆ ਕਰੋ, ਦੂਜਿਆਂ ਨੂੰ ਕਹੀ ਜਾਂਦਾ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ, ਆਪ ਤਾਂ ਹਜੇ ਧਰਮੀ ਬਣਿਆ ਹੀ ਨਹੀਂ। ਆਪ ਤਾਂ 8-8, 9-9, 10-10 ਵਜੇ ਉੱਠਦੇ ਨੇ, ਨਿਤਨੇਮ ਕਰਦੇ ਨਹੀਂ ਹੈ, ਦੂਜਿਆਂ ਨੂੰ ਉਪਦੇਸ਼ ਦਿੰਦੇ ਆ। ਨਹੀਂ ਭਾਈ, ਧਰਮ ਦੇ ਵਿੱਚ ਵੀ ਪ੍ਰਪੱਕ ਹੋਣਾ ਚਾਹੀਦਾ ਹੈ। ਜੋ ਕਥਾ ਕਮਾਵੇ ਨਿਜ ਤੇ, ਜੋ ਵੀ ਕਥਾ ਇਹ ਸੰਗਤਾਂ ਨੂੰ ਕਵੇ, ਉਪਦੇਸ਼ ਦਵੇ, ਉਹ ਆਪ ਵੀ ਕਮਾਵੇ। ਇਹ ਨਾ ਕੀ ਕਹਿਣ ਤੱਕ ਹੀ ਸੀਮਤ ਰੋਵੇ ਕਿ 4 ਬੱਜਰ ਕਰੈਤਾਂ ਤੋਂ ਬਚ ਕੇ ਰਹੋ, 5 ਕਕਾਰਾਂ ਦੇ ਧਾਰਨੀ ਰਹੋ, ਸੱਚ ਬੋਲਿਆ ਕਰੋ, ਝੂਠ ਤੋਂ ਦੂਰ ਰਹੋ, ਨਸ਼ੇ ਤੋਂ ਦੂਰ ਰਹੋ, ਤੇ ਆਪ ਰਾਤ ਨੂੰ ਲਾਨ ਡੱਫ ਕੇ ਪਿਆ ਹੋਵੇ, ਤੇ ਉਹ ਬੰਦੇ ਦਾ ਕਿਹਾ ਹੋਇਆ ਉਪਦੇਸ਼ ਕਿਸੇ ਕੰਮ ਨਹੀਂ ਆਵੇਗਾ। ਉਹ ਇੱਕ ਕੰਨ ਸੁਣਿਆ ਜਾਵੇਗਾ ਤੇ ਦੂਸਰੇ ਕੰਨ ਕੱਢ ਦਿੱਤਾ ਜਾਵੇਗਾ। ਇਸ ਕਰਕੇ ਨਾ ਭਾਈ, ਜੋ ਤੂੰ ਕਥਾ ਕਰਦਾ ਹੈ, ਜੋ ਦੂਜਿਆਂ ਨੂੰ ਉਪਦੇਸ਼ ਦੇਣਾ, ਸਿੱਖਿਆ ਦੇਣਾ ਹੈ, ਉਹਨੂੰ ਆਪ ਵੀ ਕਮਾਉਣ ਦਾ ਯਤਨ ਕਰੇ। 14 ਮਹਿ ਸੰਤੋਖੀ ਹੋਏ। ਤੇ ਚੌਥਾ ਮਹਾਰਾਜ ਲਾਸਟਲਾ ਜਿਹੜਾ ਗੁਣ ਹੈ, 14ਵਾਂ ਗੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹ ਸੰਤੋਖੀ ਹੋਣਾ ਚਾਹੀਦਾ। ਉਹਦੀ ਜ਼ਿੰਦਗੀ ਵਿੱਚ ਸੰਤੋਖ ਹੋਣਾ ਚਾਹੀਦਾ ਹੈ, ਕਿਉਂਕਿ ਜੇ ਸੰਤੋਖ ਨਹੀਂ ਹੈ ਤੇ ਕਿਸੇ ਕੰਮ ਦਾ ਨਹੀਂ। ਮਹਾਰਾਜ ਕਹਿੰਦੇ ਸੰਤੋਖ ਹੋਵੇ, ਜਿੰਨਾ ਕੁ ਮਿਲ ਗਿਆ ਸਬਰ ਕਰੇ। ਪ੍ਰਾਲਬਧ ਕਰਿਆ ਜੋਏ। ਇਹ ਗੱਲ ਦਾ ਧਿਆਨ ਰੱਖੇ ਕਿ ਪ੍ਰਾਲਬਧ, ਜੋ ਵੀ ਮੈਨੂੰ ਅੱਜ ਮਿਲ ਰਿਹਾ, ਮੇਰੇ ਪਿਛਲਿਆਂ ਕਰਮਾਂ ਕਰਕੇ ਮੈਨੂੰ ਇਹ ਪ੍ਰਾਪਤ ਹੋ ਰਿਹਾ ਹੈ। ਇਹ ਨਹੀਂ ਕਿ ਮੈਂ ਤਾਂ ਐਰਕੀ ਮਾੜਾ ਕੰਮ ਕੀਤਾ ਹੀ
ਕੋਈ ਨਹੀਂ, ਮੈਂ ਤਾਂ ਕਿਸੇ ਦਾ ਬੁਰਾ ਕੀਤਾ ਨਹੀਂ, ਮੇਰਾ ਕਿਉਂ ਹੋ ਰਿਹਾ ਵਾ। ਪਰ ਇਹ ਨਾ ਜਾਣੇ, ਇਹ ਜਾਣੇ ਕਿ ਕੀ ਪਤਾ ਮੇਰੇ ਮਗਰਲੇ ਕਰਮ ਕੈਸੇ ਨੇ, ਇਸ ਕਰਕੇ ਮੈਨੂੰ ਸਭ ਕੁਝ ਪ੍ਰਾਪਤ ਹੋਣ ਦਿਆ ਹੈ। ਸਹਿਤ ਆਨੰਦ ਪਾਏ ਜੋ ਨੇ। ਤੇ ਜੋ ਜਿਹੜਾ ਕਿ ਸਹਿਤ ਆਨੰਦ, ਜੋ ਵੀ ਪ੍ਰਮਾਤਮਾ ਵੱਲੋਂ ਇਹਨੂੰ ਮਿਲ ਰਿਹਾ, ਭਾਵੇਂ ਦੁੱਖ ਮਿਲ ਰਿਹਾ ਹੈ ਭਾਵੇਂ ਸੁੱਖ ਮਿਲ ਰਿਹਾ ਹੈ, ਉਹਨੂੰ ਆਨੰਦ ਦੇ ਸਹਿਤ ਪ੍ਰਾਪਤ ਕਰੇ। ਬਿਨ ਜਾਚੇ ਅੰਮ੍ਰਿਤ ਸਮ ਦੇ। ਬਿਨਾ ਜਾਚੇ, ਜਿਹੜਾ ਬਿਨਾ ਹੀ ਉਸ ਨੂੰ ਚਾਰੇ, ਉਹ ਅੰਮ੍ਰਿਤ ਦੇ ਸਮਾਨ ਉਹ ਚੀਜ਼ਾਂ ਨੂੰ ਪ੍ਰਾਪਤ ਕਰੇ। ਭਾਵੇਂ ਦੁੱਖ ਆ ਜੇ ਭਾਵੇਂ ਸੁੱਖ ਆ ਜੇ, ਇਹ ਕਵੇ ਕਿ ਮਾਲਕਾ ਮੈਂ ਤੇਰੇ ਭਾਣੇ ਵਿੱਚ ਹਾਂ। ਅਧਿਕ ਪਦਾਰਥ ਚਾਹ ਨਾ ਧਰੈ। ਅਧਿਕ ਬਹੁਤ ਪਦਾਰਥਾਂ ਦੀ ਚਾਹ ਨਾ ਧਰੇ ਕਿ ਮੈਨੂੰ ਆ ਵੀ ਮਿਲ ਜੇ, ਉਹ ਵੀ ਮਿਲ ਜੇ। ਜੋ ਵੀ ਜਿੱਥੇ ਵੀ ਪ੍ਰਮਾਤਮਾ ਰੱਖ ਰਿਹਾ, ਸਤ ਕਰਕੇ ਉਹਦੀ ਹੁਕਮ ਦੇ ਵਿੱਚ ਭਾਣੇ ਦੇ ਵਿੱਚ ਰਹਿਣਾ ਕਰੇ। ਡਿਗ ਜੋ ਹੋਏ ਵਰਤ ਬਹੁ ਕਰੈ। ਤੇ ਜੋ ਵੀ ਇਹਦੇ ਕੋਲ ਪ੍ਰਮਾਤਮਾ ਨੇ ਇਹਨੂੰ ਦਿੱਤਾ ਹੈ, ਉਹਨੂੰ ਆਪਣੇ ਕੋਲ ਰੱਖੇ ਤੇ ਉਹਨੂੰ ਰੱਖ ਕੇ ਉਹਨੂੰ ਹੀ ਵਰਤਣਾ ਕਰੇ। ਇਹ ਬਖਤੇ ਕੇ 14 ਗੁਣ ਹੈ। ਇਸ ਕਰਕੇ ਮਾਰੇ ਕਹਿੰਦੇ ਇਹ ਜਿਹੜਾ ਭਗਤਾ ਹੁੰਦਾ ਹੈ, ਕਥਾ ਕਰਨ ਵਾਲਾ, ਉਹਦੇ ਇਹ 14 ਗੁਣ ਹੁੰਦੇ ਹਨ। ਤਰਹ ਚਤਰ ਦਸ਼ ਕਥਾ ਜੋ ਸੁਨ ਹੈ। ਤੇ ਮਹਾਰਾਜ ਹੁਣ ਕਹਿੰਦੇ ਜਿਹੜੇ ਸੁਣਨ ਵਾਲੇ ਹੁੰਦੇ ਨਾ, ਉਹਨਾਂ ਦੇ ਜਿਹੜੇ 14 ਗੁਣ ਹੁੰਦੇ ਉਹ ਸੁਣਨਾ ਕਰੋ। ਭਗਤਾ ਕੀ ਕਰਨੀ ਨਿਜ ਭਗਤ। ਤੇ ਮਾਨ ਨੇ ਕਿਹਾ ਹੁਣ ਸਰੋਤਾ ਦੇ ਜਿਹੜੇ ਗੁਣ ਹੁੰਦੇ ਨੇ, ਸੁਣਨ ਵਾਲੇ ਦੇ, ਸੰਗਤ ਦੇ ਜਿਹੜੇ ਗੁਣ ਹੁੰਦੇ, ਇਹ ਹੁੰਦੇ ਨੇ ਕਿ ਭਗਤਾ ਕੀ ਕਰਨੀ ਨਿਜ ਭਗਤ, ਕਿ ਸੁਣਨ ਵਾਲੇ ਦੀ ਭਗਤੀ ਹੋਣੀ ਚਾਹੀਦੀ ਹੈ, ਆਦਿ ਕੁਛ ਬੰਦਗੀ ਹੋਣੀ ਚਾਹੀਦੀ ਹੈ, ਸੇਵਾ ਸਿਮਰਨ ਹੋਣਾ ਚਾਹੀਦਾ ਹੈ। ਮਨ ਬਚ ਕਰਮਨ ਕੇ ਸੰਯੁਗਤ। ਤੇ ਭਗਤਾ ਦੀ ਕਰਨੀ ਦਾ ਨਿਜ ਭਗਤ ਹੋਵੇ, ਮਨ ਬਚ ਕਰਮ ਨਾਲ, ਇਹ ਪਹਿਲਾ ਗੁਣ ਹੋਣਾ ਚਾਹੀਦਾ ਹੈ। ਦੂਜ ਹੋਏ ਨਾ ਮਨ ਹੰਕਾਰੀ। ਤੇ ਦੂਜੀ ਗੱਲ ਇਹ ਹੈ, ਇਹ ਕਦੀ ਵੀ ਕਿਸੇ ਚੀਜ਼ ਦਾ ਹੰਕਾਰ ਨਾ ਕਰੇ। ਜਾਣੇ ਮੈਂ ਬੜ ਸੇਵਾ ਧਾਰੀ। ਹਮੇਸ਼ਾ ਇਹ ਜਾਣੇ ਕਿ ਜਾਣੇ ਮੈਂ ਬੜ ਸੇਵਾ ਧਾਰੀ, ਹਮੇਸ਼ਾ ਹੀ ਸੇਵਾ ਦੇ ਵਿੱਚ ਜੁਟਿਆ ਰਵੇ। ਇਹ ਸ਼ਰਧਾ ਸੁਨਵੇ ਹੋਏ। ਤੇ ਤੀਜਾ ਗੁਣ ਇਹ ਹੋਣਾ ਚਾਹੀਦਾ, ਹਮੇਸ਼ਾ ਸ਼ਰਧਾ ਦੇ ਨਾਲ ਹੀ ਗੁਰੂ ਮਹਾਰਾਜ ਦੀ ਕਥਾ ਕੀਰਤਨ ਸੁਣਨਾ ਕਰੇ। ਨਹੀਂ ਉਚਾਟ ਹੈ ਮਨ ਕੋ ਸੋਏ। ਕਦੇ ਵੀ ਮਨ ਦੇ ਵਿੱਚ ਚਿੰਤਾ ਨਾ ਕਰਨਾ ਕਰੇ, ਹਮੇਸ਼ਾ ਗੁਰੂ ਮਹਾਰਾਜ ਦਾ ਜਸ ਕਰੇ। ਚੌਥੇ ਆਪਣੀ ਚਿਤ ਚਤੁਰਾਈ। ਚੌਥਾ ਗੁਣ ਇਹ ਹੈ ਕਿ ਕਦੀ ਵੀ ਆਪਣੀ ਚਤੁਰਾਈ, ਜਿਹੜਾ ਕਿ ਆਪਣੀਆਂ ਚਲਾਕੀਆਂ ਨਾ ਕਰੇ। ਭਗਤੇ ਪਰ ਨਹਿ ਕਰਹਿ ਬਨਾਈ। ਕਦੀ ਵੀ ਭਗਤੇ ਉਤੇ ਸ਼ੰਕਾ ਨਾ ਕਰੇ ਤਾਂ ਕੱਲ ਮੇਰੇ ਨਾਲ ਬੈਠਾ ਜੇ ਕਥਾ ਕਰਨ ਦੇ ਪਿਆ, ਐਦਾਂ ਉਦਾਂ ਭਗਤੇ ਦੇ ਉੱਤੇ ਉਹ ਗੁਰੂ ਮਹਾਰਾਜ ਦੀ ਗੁਰਬਾਣੀ ਪੜ੍ਹ ਰਿਹਾ ਹੈ, ਗੁਰੂ ਮਹਾਰਾਜ ਦਾ ਹਰ ਜਸ ਕਰ ਰਿਹਾ ਹੈ, ਕਰਨ ਵਾਲੇ ਦੇ ਉੱਤੇ ਕਦੀ ਸ਼ੰਕਾ ਨਹੀਂ ਕਰਨਾ, ਉਹਨੂੰ ਮਾੜਾ ਨਹੀਂ ਕਹਿਣਾ। ਪੰਚਮ ਬਖਤਾ ਪਨਹਿ ਜੋ ਅਰਥ। ਪੰਜਵਾਂ ਇਹ ਹੁੰਦਾ ਹੈ, ਜੋ ਕਥਾ ਕਰਨ ਵਾਲਾ ਹੁੰਦਾ ਨਾ, ਉਹ ਜੋ ਅਰਥ ਕਰ ਰਿਹਾ ਹੁੰਦਾ ਹੈ, ਤੇ ਸਮਝਣ ਕੀ ਹੋਏ ਸਮਰੱਥ। ਉਹ ਸਮਰੱਥਾ ਹੋਣੀ ਚਾਹੀਦੀ ਹੈ ਸੁਣਨ ਵਾਲੇ ਦੇ ਵਿੱਚ। ਜੋ ਵੀ ਮੈਂ ਕਥਾ ਸੁਣ ਰਿਹਾ ਹੈ, ਮੈਨੂੰ ਕੋਈ ਸੁਣਾ ਰਿਹਾ ਹੈ, ਮੈਂ ਅਰਥਾਂ ਦੇ ਵਿੱਚ ਧਿਆਨ ਰੱਖਾਂ ਕਿ ਇਹਦੇ ਅਰਥ ਕੀ ਚੱਲ ਰਹੇ ਨੇ, ਗੁਰੂ ਉਪਦੇਸ਼ ਕੀ ਦੇ ਰਹੇ ਹਨ। ਪ੍ਰਸ਼ਨ ਕਰਨ ਕੋ ਜਾਣੈ। ਤੇ ਛੇਵਾਂ ਇਹ ਹੈ ਕਿ ਪ੍ਰਸ਼ਨ ਕਰਨੇ ਮੈਨੂੰ ਆਉਣੇ ਚਾਹੀਦੇ ਆ, ਕਿ ਮੈਂ ਹੁਣ ਜਿਹੜੀ ਕਥਾ ਸੁਣੀ ਮੈਨੂੰ ਇੰਨੀ ਗੱਲ ਦੀ ਸਮਝ ਨਹੀਂ ਲੱਗੀ, ਮੈਂ ਜਾ ਕੇ ਗਿਆਨੀ ਸੰਗ ਤੋਂ ਇਹ ਪ੍ਰਸ਼ਨ ਕਰਦਾ ਹੈ ਕਿ ਮੈਨੂੰ ਸਮਝਾ ਦਵੋ। ਸਪਤਮ ਸੁਨੇ ਗ੍ਰੰਥ ਬਹੁ ਕੰਨੈ। ਤੇ ਸਤਵਾਂ ਇਹ ਹੁੰਦਾ ਹੈ ਕਿ ਜਿੰਨੇ ਵੀ ਗ੍ਰੰਥ ਹੈ ਆਪਣੇ ਕੰਨਾਂ ਦੇ ਨਾਲ ਸੁਣਨਾ ਕਰੇ। ਅਸ਼ਟਮ ਆਲਸ ਕੋ ਨਹਿ ਧਰੈ। ਛੇਵਾਂ ਅਠਵਾਂ ਇਹ ਹੁੰਦਾ ਹੈ ਕਦੇ ਵੀ ਆਲਸ ਨੂੰ ਨਾ ਕਰਨਾ ਕਰੇ। ਨਮੋ ਨਿੰਦਰਾ ਕੋ ਬਸ ਕਰੈ। ਕਿ ਜਿਹੜੀ ਨਿੰਦਰਾ ਹੈ, ਨੌਵਾਂ ਗੁਣ ਇਹ ਹੁੰਦਾ ਹੈ ਸੁਣਨ ਵਾਲੇ ਦਾ, ਜਿਹੜੀ ਨੀਂਦ ਹੈ ਉਹਨੂੰ ਤਿਆਗ ਦਵੇ। ਇਹ ਨਾ ਹੋਵੇ ਕਿ ਇਧਰ ਗਿਆਨੀ ਸਿੰਘ ਕਥਾ ਕਰ ਰਿਹਾ, ਤੇਰੇ ਉਧਰ ਘੜਾੜੇ ਵੱਜਣ ਦੇ, ਹੁਣ ਤੂੰ ਇੱਥੇ ਸੁੱਤਾ ਪਿਆ ਵਾਸੀਆਂ ਲਈ ਜਾਵੇਂ, ਤੂੰ ਇੱਥੇ ਸੌਈ ਜਾਵੇਂ, ਤੇਰਾ ਫਿਰ ਇੱਥੇ ਬਹਿਣ ਦਾ ਫਾਇਦਾ ਕੀ ਹੋਇਆ। ਕਦੇ ਵੀ ਆਲਸ ਨਹੀਂ ਕਰਨਾ ਕਥਾ ਕੀਰਤਨ ਸੁਣਦੇ ਆ। ਜੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਾ ਹੈ, ਸੌਣਾ ਨਹੀਂ ਹੈ, ਵਾਸੀਆਂ ਨਹੀਂ ਲੈਣੀਆਂ, ਐ ਸਿੱਧੇ ਤਕੜੇ ਹੋ ਕਰਕੇ ਮਰ ਦੇ ਚੌਂਕੜੇ ਲਾ ਕਰਕੇ ਕਥਾ ਸੁਣਨੀ, ਕੀਰਤਨ ਸੁਣਨਾ ਹੈ। ਦਸਮੋ ਸੁਨਹਿ ਧਰਹਿ ਔਰ ਸੋਏ। ਤੇ ਦਸਵਾਂ ਗੁਣ ਇਹ ਹੁੰਦਾ ਹੈ ਸੁਣਨ ਵਾਲੇ ਦਾ, ਜੋ ਵੀ ਸੁਣੇ ਉਹਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲਏ। ਇਹ ਨਾ ਹੋਵੇ ਕਿ ਇੱਕ ਕੰਨ ਦੇ ਨਾਲ ਸੁਣਿਆ ਤੇ ਦੂਜੇ ਕੰਨ ਬਾਹਰ ਕੱਢਤਾ। ਵੰਡ ਖਾਏ ਢਿਗ ਪਿਖ ਜੋ ਹੋਏ। ਤੇ 11ਵਾਂ ਇਹ ਹੁੰਦਾ ਹੈ ਵੰਡ ਕਰਕੇ ਖਾਵੇ। ਜੋ ਵੀ ਤੈਨੂੰ ਗੁਰੂ ਨੇ ਦਿੱਤਾ ਹੈ, ਤੇਰੀ ਝੋਲੀ ਵਿੱਚ ਦਾਤ ਪਾਈ ਹੈ, ਉਹਨੂੰ ਤੂੰ ਵੰਡ ਕੇ ਖਾਣਾ ਕਰੋ। ਦੁਆਦਸ਼ਮੋ ਜਿਵੇਂ ਗੁਰਨ ਸਿਧਾਂਤ। ਤੇ 12ਵਾਂ ਇਹ ਹੁੰਦਾ
ਹੈ ਜੋ ਸਤਿਗੁਰੂ ਮਹਾਰਾਜ ਜੀ ਦਾ ਸਿਧਾਂਤ ਹੈ, ਜੋ ਵੀ ਸਿੱਟਾ ਹੈ, ਜਿਨ ਅਨੁਸਾਰ ਸੁਨਹਿ ਚਿਤ ਸ਼ਾਂਤ, ਉਹ ਮਨ ਸ਼ਾਂਤ ਹੋ ਕਰਕੇ, ਚਿੱਤ ਹੋ ਕਰਕੇ ਉਸ ਅਨੁਸਾਰ ਚੱਲੇ। ਜੋ ਗੁਰੂ ਨੇ ਅੱਜ ਉਪਦੇਸ਼ ਦਿੱਤਾ ਨਾ, ਸਿੱਖਿਆ ਦਿੱਤੀ, ਆਪਣੇ ਮਨ ਨੂੰ ਸ਼ਾਂਤ ਰੱਖੋ, ਆਪਣੇ ਚਿੱਤ ਨੂੰ ਆਨੰਦ ਦੇ ਵਿੱਚ ਰੱਖੋ। ਐਵੇਂ ਮਨ ਨੂੰ ਇੱਧਰ ਉੱਧਰ ਭਜਾਈ ਫਿਰੋ। ਮਨ ਸ਼ਾਂਤ ਚਾਦਰ ਇਕਾਗਰ ਚਿਤ ਹੋ ਕਰਕੇ ਗੁਰੂ ਦੇ ਬਚਨਾਂ ਅਨੁਸਾਰ ਪਹਿਰਾ ਦੇਣਾ ਕਰੋ। ਹੋਏ ਵਿਪਰਜੈ ਤਿਆਗ ਨ ਕਰੈ। ਤੇ ਇਸ ਕਰਕੇ ਜੋ ਵੀ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਚੱਲਦਾ ਹੈ, ਉਸ ਤਰੀਕੇ ਦੇ ਨਾਲ ਹੋਏ ਵਿਪਰਜੈ ਤਿਆਗ ਨ ਕਰੈ। ਇਹ ਮਹਾਰਾਜ ਕਹਿੰਦੇ ਨੇ, ਉਪਦੇਸ਼ ਦਿੰਦੇ ਹਨ, ਜੋ ਗੱਲ ਗੁਰੂ ਸਿਧਾਂਤ ਦੇ ਵਿਰੁੱਧ ਹੋਵੇ ਉਹਨੂੰ ਛੱਡ ਦਵੇ। ਜਿੱਦਾਂ ਅੱਜ ਕੱਲ ਦੇ ਹੈਗੇ ਨਾ ਪ੍ਰਚਾਰਕ, ਕਹਿੰਦੇ ਨੇ ਸਰੋਵਰ ਨਾਲ ਇਸ਼ਨਾਨ ਨਹੀਂ ਕਰਨੇ, ਇਤਿਹਾਸ ਨਹੀਂ ਮੰਨਣਾ, ਸੂਰਜ ਗ੍ਰੰਥ ਨਹੀਂ ਪੜ੍ਹਨਾ, ਇੱਧਰ ਉੱਧਰ ਦੀਆਂ ਗੱਲਾਂ ਕਰਦੇ। ਉਹ ਬੰਦਿਆਂ ਨੂੰ ਸੁਣਨਾ ਕਦੇ ਚਿੱਤ ਨਹੀਂ, ਉਹਨਾਂ ਦੇ ਦੀਵਾਨਾਂ ਦੇ ਵਿੱਚ ਨਹੀਂ ਜਾਣਾ। ਉਹਨਾਂ ਨੂੰ ਰੋਕਿਆ ਜਾਵੇ ਤੇ ਚੰਗੀ ਗੱਲ ਹੈ, ਪਰ ਜਿਹੜਾ ਗੁਰੂ ਤੋਂ ਉਲਟ ਪੜਦਾ ਹੈ, ਗੁਰੂ ਦੀ ਨਿੰਦਿਆ ਕਰਦਾ ਹੈ, ਇਤਿਹਾਸ ਗੁਰਬਾਣੀ ਨਾਲੋਂ ਤੋੜਦਾ ਹੈ, ਉਹਨਾਂ ਦੇ ਦੀਵਾਨਾਂ ਵਿੱਚ ਕਦੀ ਵੀ ਜਾਣਾ ਨਹੀਂ, ਸੁਣਨਾ ਨਹੀਂ। ਦਸ਼ਮੋ ਤਨ ਮੈਂ ਸੁਚ ਧਰੈ। ਤੇ ਜਿਹੜਾ ਕਿ 13ਵਾਂ ਹੁੰਦਾ ਹੈ, ਸਤਿਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਹੈ, ਜੋ ਇਹ ਉਪਦੇਸ਼ ਸਤਿਗੁਰੂ ਮਹਾਰਾਜ ਨੇ ਸਾਨੂੰ ਦੱਸਿਆ, ਧਾਰਨਾ ਹੈ। 14 ਨਹ ਕਰੈ ਪਖੰਡ। ਤੇ 14ਵਾਂ ਇਹ ਹੈ ਕਿ ਕਦੀ ਵੀ ਇਹ ਪਖੰਡ ਨਾ ਕਰਨਾ ਕਰੇ, ਕਿ ਪਖੰਡ ਨੂੰ ਧਾਰਨ ਕਰੇ, ਕਿ ਵਿਖਾਵਾ ਮਾਤਰੀ ਹੋਵੇ। ਐ ਆਣ ਕੇ ਇੱਥੇ ਬਿਰਤੀ ਲਾਈ ਹੋਵੇ ਤੇ ਭਾਵੇਂ ਸੁੱਤਾ ਹੀ ਹੋਵੇ, ਬਿਰਤੀ ਇਹਦੀ ਬੰਗਲੇ ਵਾਲੀ ਹੋਵੇ, ਬਿਰਤੀ ਇਹਦੀ ਹੰਸ ਵਾਲੀ ਹੋਵੇ, ਤੇ ਅੰਦਰ ਇਹਦਾ ਬੰਗਲਾ ਹੋਵੇ, ਕੰਮ ਵਾਲਾ ਸਭ ਪਤਾ ਨਾ ਲੱਗੇ ਕਿ ਕੀ ਚੱਲ ਰਿਹਾ। ਪਖੰਡ ਨਾ ਕਰੇ, ਜੋ ਵੀ ਹੈ ਉਹਨੂੰ ਸੱਚ ਰੱਖੇ। ਮਨ ਕੋ ਲਾਭ ਹੈ ਸੁਨਹਿ ਅਖੰਡ। ਤੇ ਮਨ ਨੂੰ ਗੁਰੂ ਮਾਰ ਦੇ ਚਰਨਾਂ ਦੇ ਨਾਲ ਜੋੜ ਕੇ ਇਸ ਬਿਰਤੀ ਨੂੰ ਅਖੰਡ ਰੱਖੇ, ਇਹਨੂੰ ਟੁੱਟਣ ਨਾ ਦਵੇ। ਇਹ ਸ਼ਰੋਤਾ ਬਖਤਾ ਜੋ ਹੋਏ। ਇਸ ਕਰਕੇ ਜਿਹੜੇ ਸਰੋਤਾ ਤੇ ਜਿਹੜੇ ਬਖਤਾ ਹੁੰਦੇ ਹਨ, ਸੁਣਾਉਣ ਵਾਲੇ, ਪ੍ਰਾਪਤ ਹੋਤ ਗਿਆਨ ਕੋ ਦੋਏ। ਇਹਨਾਂ ਦੋਵਾਂ ਨੂੰ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਹ ਲੱਛਣ ਜੋ ਕਹੇ ਬਨਾਏ। ਜਿਹੜੇ ਵੀ ਇਹ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਹ ਲੱਛਣ ਸੁਣ ਕਰਕੇ ਇਹਨਾਂ ਨੂੰ ਬਣਾ ਕਰਕੇ ਦਿੱਤੇ ਹਨ। ਸਿੱਖ ਨਿਹਾਲੂ ਵਿਖੈ ਸੁਪਾਏ। ਇਹ ਸਾਰੇ ਸਿੱਖ ਨਿਹਾਲ ਹੋ ਗਏ ਨੇ ਇਹ ਮਹਾਰਾਜ ਦੇ ਲੱਛਣਾਂ ਨੂੰ, ਬਚਨਾਂ ਨੂੰ ਸੁਣ ਕਰਕੇ। ਇਸ ਕੀ ਸੰਗਤ ਕਰੋ ਹਮੇਸ਼। ਮਹਾਰਾਜ ਨੇ ਕਿਹਾ, ਭਾਈ ਜਿਨ੍ਹਾਂ ਦੇ ਵਿੱਚ ਇਹ 14 ਲੱਛਣ ਹੁੰਦੇ ਨੇ, ਇਹ ਗੁਣ ਹੁੰਦੇ ਨੇ, ਉਹਨਾਂ ਦੀ ਹਮੇਸ਼ਾ ਤੁਸੀਂ ਸੰਗਤ ਕਰਨਾ ਕਰੋ। ਹੋਏ ਤੁਮ ਮਹਿ ਗੁਣ ਬ੍ਰਿੰਦ ਵਿਸ਼ੇਸ਼। ਤੇ ਤੁਹਾਡੇ ਦੇ ਵਿੱਚ ਵੀ ਬਹੁਤ ਜ਼ਿਆਦੇ ਗੁਣ ਹੈ, ਤੁਹਾਨੂੰ ਪ੍ਰਾਪਤ ਹੋਣਗੇ। ਸੁਨਹਿ ਕਥਾ ਤੇ ਮੁਖ ਤੇ ਨੀਕੀ। ਤੇ ਜਿਹੜੀ ਕਿ ਸੁਣੋ ਕਥਾ ਇਹ ਮੁਖ ਤੇ ਨੀਕੀ, ਚੰਗੇ ਤਰੀਕੇ ਦੇ ਨਾਲ ਜਿਹੜੀ ਕੀ ਕਥਾ ਹੈ ਤੁਸੀਂ ਰੋਜ਼ ਸੁਣਿਆ ਕਰੋ, ਰੋਜ਼ ਸੰਗਤ ਕਰਿਆ ਕਰੋ। ਕਿਉਂ ਨਾ ਸ਼੍ਰੇ ਹੋਏ ਤੁਮਰੇ ਜੀ ਕੀ। ਮਾਰੇ ਕਹਿੰਦੇ ਕਿਉਂ ਨਹੀਂ ਤੁਹਾਡੇ ਜੀਵਨ ਦੀ ਕਲਿਆਣ ਹੋਗੀ, ਕਿਉਂ ਨਹੀਂ ਤੁਸੀਂ ਮੁਕਤ ਹੋਵੋਗੇ ਜੇ ਰੋਜ਼ ਇਦਾਂ ਤੁਸੀਂ ਗੁਣਾਂ ਨੂੰ ਧਾਰਨ ਕਰੋ, ਰੋਜ਼ ਕਥਾ ਕੀਰਤਨ ਸੁਣੋ, ਰੋਜ਼ ਸੰਗਤ ਕਰੋ, ਤੁਹਾਡੀ ਅਵਸ਼ ਕਲਿਆਣ ਮੁਕਤੀ ਹੋ ਜਾਵੇਗੀ। ਮੁਖ ਤੇ ਸੁਨ ਸਭ ਹਰ ਖਾਏ। ਇਹ ਮਹਾਰਾਜ ਦੇ ਉਪਦੇਸ਼ ਗੁਣਾਂ ਨੂੰ ਸੁਣ ਕਰਕੇ ਸਾਰੇ ਚਾਰੇ ਜਾਣੇ ਬੜੇ ਜ਼ਿਆਦੇ ਖੁਸ਼ ਹੋਏ। ਧਾਰਨ ਕੀਨੇ ਗੁਣ ਸਮੁਦਾਇ। ਤੇ ਇਹਨਾਂ ਨੇ ਫਿਰ ਸਤਿਗੁਰੂ ਮਹਾਰਾਜ ਦੇ ਗੁਣਾਂ ਨੂੰ ਇਹ ਧਾਰਨ ਕੀਤਾ ਹੈ। ਜਿਹੜੇ ਮਾਰ ਨੇ 14 ਉਪਦੇਸ਼ ਦਿੱਤੇ ਹੈ, ਇਹ ਸਤਿਗੁਰੂ ਮਹਾਰਾਜ ਨੇ ਉਹਨਾਂ ਚਾਰਾਂ ਨੂੰ ਉਪਦੇਸ਼ ਨਹੀਂ ਦਿੱਤਾ, ਇਹ ਮਾਰ ਨੇ ਸਾਨੂੰ ਹੀ ਉਪਦੇਸ਼ ਦਿੱਤਾ ਹੈ ਕਿ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ 14 ਗੁਣਾਂ ਨੂੰ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਹੋ ਜਾਵੇ। ਸੋ ਸਤਿਗੁਰੂ ਮਾਰ ਦੀਆਂ ਇਹ ਵਿਚਾਰਾਂ ਕਰਦੇ ਆਂ, ਕਥਾ ਕਰਦੇ ਆਂ, ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਮਾਰ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਈਏ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਚਰਨਾਂ ਨਾਲ ਜੋੜਨ, ਹੋੜਾਂ ਨੂੰ ਜੋੜਨ ਦੀ ਸਮਰੱਥ ਬਖਸ਼ਣ, ਹੋਈਆਂ ਭੁੱਲਾਂ ਦੀਆਂ ਖਿਮਾ ਸਮਤ ਬਖਸ਼ਣੀ। ਦੋ ਪੰਕਤੀਆਂ ਨੂੰ ਪੜ ਕਰਕੇ ਸਮਾਪਤੀ ਹੈ ਜੀ। ਸੇਰੇ ਮੁਖ ਤੇ ਸੁਨ ਸਭ ਹਰ ਖਾਏ, ਧਾਰਨ ਕੀਨ ਗੁਣ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਂਟਾ 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 ਜਿਹੜਾ ਕਾਂਟਾ ਨੱਪ ਦੇ। ਓਕੇ।